and Toronto. 0 ਜੌਲ ਸਾਹਿਬ a very good morning ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਮਿਹਰਬਾਨੀ। ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਐਨ ਆਖਦੇ ਹਾਂ ਜੀ। ਕੱਲ ਕੁੰਡੀਆਂ ਦੇ ਸਿੰਘ ਬਹੁਤ ਫਸਵਾਂ ਮੈਚ ਸੀ। 3 ਮਿੰਟ ਦੇ ਵਿੱਚ ਇੰਗਲੈਂਡ ਨੇ ਪਹਿਲਾ ਗੋਲ ਕਰਤਾ ਤੇ ਇਹ ਸੀ ਕਿ ਲੱਗਦਾ ਕਿ ਐਤਕੀ ਬਾਜ਼ੀ ਇੰਗਲੈਂਡੀ ਸੌਕਰ ਟੀਮ ਲੈ ਜਾਵੇਗੀ, ਪਰੰਤੂ ਕਹਿੰਦੇ ਕਿ ਜਦੋਂ ਹਾਫ ਟਾਈਮ ਤੋਂ ਬਾਅਦ ਤਕਰੀਬਨ 5 ਮਿੰਟਾਂ ਦੇ ਵਿੱਚ ਜਿਹੜਾ ਦੂਸਰਾ ਗੋਲ ਕੀਤਾ ਸੀ ਉਹ ਗੇਮ ਚੇਂਜਰ ਸੀ। ਯੈਸ, ਕਿਉਂਕਿ ਜਦੋਂ ਪਹਿਲਾ ਗੋਲ ਇੰਗਲੈਂਡ ਦਾ ਹੋ ਗਿਆ ਨਾ, ਉਸ ਤੋਂ ਬਾਅਦ ਬੜੀ ਵੱਡੀ ਡਿਸਅਪੁਆਇੰਟਮੈਂਟ ਜਿਹੜੀ ਹੈ ਨਾ ਵੀ ਉਹ ਇਟਾਲੀਅਨ ਕਮਿਊਨਿਟੀਜ਼ ਦੇ ਵਿੱਚ ਵਰਲਡ ਵਾਈਡ ਜਿਹੜੀ ਉਹ ਛਾ ਗਈ ਸੀ। ਬੜੇ ਉਦਾਸ ਹੋ ਰਹੇ ਸੀ ਲੋਕ ਜਦੋਂ ਯਾਨੀ ਪਹਿਲੇ ਹਾਫ ਦੇ ਵਿੱਚ ਇਟਲੀ ਕੁਝ ਗੋਲ ਕਰ ਹੀ ਨਾ ਸਕੇ ਜੀ, ਪਰ ਜਦੋਂ ਫਿਰ ਬਹੁਤ ਕਹਿ ਲਓ ਵੀ ਉਹਨਾਂ ਨੇ ਸੁੱਖ ਦਾ ਸਾਹ ਹੀ ਲਿਆ, ਜਿਸ ਤਰ੍ਹਾਂ ਵੀ ਸੈਕੰਡ ਰਾਊਂਡ ਦੇ ਵਿੱਚ ਉਹਨਾਂ ਨੇ 35 ਸਾਰ ਹੀ ਜਿਹੜਾ ਉਹ ਗੋਲ ਕਰ ਦਿੱਤਾ। ਗੋਲ ਉਹ ਵੀ ਕਿਤੇ ਕੁਦਰਤੀ ਆਪੇ ਹੀ ਲੱਗਦਾ ਗਿਆ ਵੀ ਜਾਣੀ ਉਹਨਾਂ ਦੀ ਕੋਈ ਏਡੀ ਵੱਡੀ ਪਲੈਨਿੰਗ ਨਹੀਂ ਸੀ। ਨਹੀਂ, ਉਹਨਾਂ ਨੇ ਗੋਲ ਸੋ ਕਾਫੀ ਜਾਣੀ ਕਿ ਵੀਕ ਵੀ ਜਾਂ ਸਲੋ ਵੀ ਰਹੀ ਆ ਟੀਮ, ਬਟ ਚਲੋ ਕੁਦਰਤ ਦਾ ਇਸ ਵੇਲੇ ਆਪਾਂ ਦੇਖਿਆ ਵੀ ਇਹ ਸਾਰਾ ਕੁਝ ਹੋ ਚੁੱਕਾ ਮੈਚ। ਪਰ ਜਿਸ ਤਰੀਕੇ ਦੇ ਨਾਲ ਇਹ ਨਾ ਵੀ ਕਹਿ ਲਓ ਵੀ 11 ਮੀਟਰ ਦੇ ਕਹਿ ਲਓ ਵੀ 11 ਮੀਟਰ ਸ਼ੂਟ ਆਊਟ ਸੀਗੇ ਜੀ, ਉਹਦੇ ਵਿੱਚ ਜਾਣੀ ਜਿਹੜੀ ਇੰਗਲੈਂਡ ਦੀ ਟੀਮ ਦੇ ਖਿਡਾਰੀਆਂ ਦੇ ਕੋਲੋਂ ਇਹ ਮੌਕਾ ਸੀ ਅਨਇਮੈਜਿਨੇਬਲ ਵੀ ਕਿੱਦਾਂ ਉਹ ਗਲਤੀਆਂ ਹੋਈਆਂ ਹਨ। ਬਹੁਤ ਲਾਈਕ ਇਟ ਵਾਸ ਵੈਰੀ ਵੈਰੀ ਲਾਈਕ ਮੈਂ ਕਹਿ ਸਮਝੇ ਮੂੰਹ ਚੋਂ ਹੁਣ ਕੀ ਨਿਕਲੇ, ਇਟ ਵਾਸ ਵੈਰੀ ਸਿੰਪਲ। 11 ਮੀਟਰ ਤੋਂ ਤੁਸੀਂ ਜਿਹੜਾ ਪੋਲ ਦੇ ਵਿੱਚ ਬਾਲ ਮਾਰ ਰਹੇ ਹੋ 11 ਮੀਟਰ, ਹਾਂ, ਤੇ ਉਹ ਹੁਣ ਬਾਕੀ ਤੁਸੀਂ ਦੇਖ ਲਓ ਵੀ ਜੌਲ ਸਾਹਿਬ ਉਦੋਂ ਪ੍ਰੈਸ਼ਰ ਵੀ ਕਿੰਨਾ ਹੁੰਦਾ ਇਸ ਇਨਸਾਨ ਤੇ। ਸੋ ਯੰਗ ਮੈਂ ਸਮਝਦਾ ਜੀ ਵੀ ਉਹ ਖਿਡਾਰੀ ਸੀਗੇ ਜਿਨ੍ਹਾਂ ਦੇ ਕੋਲੋਂ ਇਸ ਤਰ੍ਹਾਂ ਇਹ ਵਾਪਰਿਆ ਵੀ ਉਹਨਾਂ ਦੀ ਜੀ ਏਜ ਬ੍ਰੈਕਟ ਦੇ ਵਿੱਚ ਆਪਣੇ ਆਪ ਨੂੰ ਸੈੱਟ ਕਰਕੇ ਦੇਖਿਆ ਜਾਵੇ ਵੀ ਉਸ ਵੇਲੇ ਮਤਲਬ ਉਨੀ ਏਜ ਦੇ ਵਿੱਚ ਕਿੰਨਾ ਕੁ ਮਾਈਂਡ ਜਿਹੜਾ ਜੀ ਵੀ ਕੀ ਕੁਛ ਸੋਚ ਸਕਦਾ ਜੀ। ਬਟ ਆਪਣੇ ਵੱਲੋਂ ਤਾਂ ਨੈਚੁਰਲੀ ਹਰ ਇੱਕ ਬੰਦਾ ਬੈਸਟ ਹੀ ਕਰਦਾ ਨਾ, ਬਿਲਕੁਲ ਬਿਲਕੁਲ। ਤੇ ਉਹ ਪਰ ਲੇਕਿਨ ਕਿ 11 ਮੀਟਰ ਤੋਂ ਜਿਹੜਾ ਬਾਲ ਆ ਉਹ ਪੋਲ ਦੇ ਵਿੱਚ ਵੱਜਣਾ ਹੈ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਘਟਨਾ ਸੀਗੀ। ਤੇ ਉਹੀ ਜਿਹੜਾ ਜੀ ਇੱਕ ਤਰੀਕੇ ਦੇ ਨਾਲ ਉਹ ਗੇਮ ਚੇਂਜਰ ਹੋ ਗਿਆ ਬਿਲਕੁਲ। ਤੇ ਆਲਮੋਸਟ ਲਾਈਕ ਇਟਾਲੀਅਨ ਜਿਹੜਾ ਗੋਲਕੀਪਰ ਸੀਗਾ ਜੀ ਵੀ ਲਾਸਟ ਉਹਨੇ ਜਿਹੜਾ ਇਹ ਕਿੱਕ ਰੋਕ ਕੇ ਤੇ ਫਿਰ ਕਮਾਲ ਕਰਤੀ, ਹਾਂਜੀ, ਉਹਦੇ ਨਾਲ ਹੀ ਜਿੱਤਿਆ ਜਿਹੜੀ ਉਹ ਹੋਈ ਆ। ਪਰ ਜਿਸ ਤਰੀਕੇ ਦੇ ਨਾਲ ਫਿਰ ਇਹ ਰੇਸਿਸਟ ਕਮੈਂਟਸ ਆਏ ਆ ਇੰਗਲੈਂਡ ਦੇ ਖਿਡਾਰੀਆਂ ਦੇ ਬਾਰੇ ਚ ਆਨਲਾਈਨ ਜੀ ਸ਼ੁਰੂ ਕੀਤੀ ਆ ਤੇ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੀ ਕੰਪੇਨ ਚੱਲੀ ਆ, ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਹਦੀ ਜਿਹੜੀ ਆ ਨਿਖੇਧੀ ਕੀਤੀ ਆ। ਪਰ ਨੋ ਡਾਊਟ ਜੀ ਵੀ ਦੇਖੋ ਇਹ ਇਟਾਲੀਅਨ ਭਾਈਚਾਰਾ ਦੁਨੀਆ ਭਰ ਦੇ ਵਿੱਚ ਚਾਹੁੰਦੇ ਸੀ ਬੜਾ, ਕਿਉਂਕਿ ਮੈਚ ਇੰਗਲੈਂਡ ਦੇ ਵਿੱਚ ਹੋ ਰਿਹਾ ਸੀਗਾ। ਇੰਗਲੈਂਡ ਦੀ ਟੀਮ ਤਾਂ ਉੱਥੇ ਉਹ ਹੈ ਹੀ ਆ, ਜਿੰਨੇ ਵੀ ਸਟੇਡੀਅਮ ਦੇ ਵਿੱਚ ਬੈਠੇ ਆਪਾਂ ਦੇਖ ਰਹੇ ਸੀ ਵੀ ਕਿੰਨਾ ਜਾ ਰਿਹਾ ਸੀ। ਤਾਂ ਲੱਗਦਾ ਹੀ ਨਹੀਂ ਸੀ ਕਿ ਕੋਵਿਡ ਹੈ ਹੀ ਕੁਛ ਹੈਗਾ, ਕੋਵਿਡ ਕਦੀ ਐਗਜ਼ਿਸਟ ਕਰਦਾ ਸੀ ਯਾਰ। ਕੋਵਿਡ-19 ਦੀ ਕੋਈ ਚੀਜ਼ ਨਹੀਂ, ਕਿਤੇ ਕੋਈ ਮਾਸਕ ਨਹੀਂ, ਕੋਈ ਫਿਜ਼ੀਕਲ ਡਿਸਟੈਂਸ ਨਹੀਂ, ਕੁਛ ਨਹੀਂ ਜੀ। ਸੋ ਓਬਵੀਅਸਲੀ ਜਾਨੀ ਕਿ ਉਹ ਵੈਕਸੀਨੇਟ ਹੋ ਚੁੱਕੇ ਲੋਕ ਹੀ ਜਿਹੜੇ ਉੱਥੇ ਜੀ ਪਹੁੰਚ ਸਕੇ ਸੀਗੇ। ਤੇ ਦੂਸਰਾ ਇਹ ਹੈ ਜੀ ਕਿ ਜਿਹੜਾ ਇਹ ਮਤਲਬ ਇਟਾਲੀਅਨ ਭਾਈਚਾਰੇ ਦੇ ਵੱਲੋਂ ਇਸ ਵੇਲੇ ਖੁਸ਼ੀਆਂ ਇੱਥੇ ਟੋਰਾਂਟੋ ਦੀਆਂ ਸੜਕਾਂ ਤੇ ਵੀ ਮਨਾਈਆਂ ਗਈਆਂ ਜੀ, ਤੇ ਵੱਡਾ ਜੋਸ਼ ਹੈ ਜਿਹੜਾ ਇਸ ਵੇਲੇ ਪਾਇਆ ਜਾ ਰਿਹਾ। ਤੇ ਇਹ ਦੇਖੋ ਇੱਕ ਕਹਿ ਲਓ ਵੀ ਅਰਸੇ ਤੋਂ ਬਾਅਦ 1968 ਤੋਂ ਬਾਅਦ ਪਹਿਲੀ ਵਾਰ ਤੇ ਉਹਨਾਂ ਨੂੰ ਇਹ ਜਿੱਤ ਨਸੀਬ ਹੋਈ ਆ। ਸੋ ਹੁਣ ਅਗਰ ਇਹ 4 ਸਾਲ ਜਿਹੜਾ ਜੀ ਵੀ ਯੂਰਪੀਅਨ ਕੱਪ ਉਹਨਾਂ ਕੋਲ ਰਹੇਗਾ ਜੀ, ਔਰ ਵਰਲਡ ਕੱਪ ਵੀ ਆਉਣ ਵਾਲਾ ਹੈ ਹੁਣ ਜੌਲ ਸਾਹਿਬ। ਵਰਲਡ ਕੱਪ ਦੇ ਵਿੱਚ ਵੀ ਇਹੀ ਜਿਹੜੀਆਂ ਟੀਮਾਂ ਜੀ ਵੀ ਇਟਾਲੀਅਨ ਹੋਵੇ ਜਾਂ ਫਿਰ ਖਾਸ ਤੌਰ ਤੇ ਇਹ ਜਰਮਨੀ ਦਾ ਬੜਾ ਜੋਸ਼ ਹੁੰਦਾ ਜੀ। ਜਰਮਨੀ, ਇਟਾਲੀਅਨ, ਇਟਲੀ, ਫਰਾਂਸ, ਮਤਲਬ ਯੂਰਪੀਅਨ ਕੰਪਨੀ ਐਂਡ ਕਾਸ਼ ਹੋਪਫੁਲੀ ਸਾਡੀ ਕੈਨੇਡਾ ਦੀ ਟੀਮ ਵੀ ਸ਼ਾਇਦ ਕੁਆਲੀਫਾਈ ਹੋ ਜਾਵੇ, ਸੁਣਨ ਚ ਆਇਆ। ਹੋਪਫੁਲੀ ਕੋਈ ਇਹਨਾਂ ਦਾ ਨਾਂ ਨਹੀਂ ਆਈ ਸਭ ਤੋਂ ਬਿਨਾਂ ਕਿਤੇ ਬਹੁਤਾ ਸੁਣਿਆ, ਬਟ ਲੈਟਸ ਸੀ ਕੀ ਕਰਦੇ ਆ। ਆਲਰਾਈਟ, 905 813 1320। ਸੋ ਗੱਲਬਾਤ ਸ਼ੁਰੂ ਕਰੀਏ ਜੀ। ਜੌਲ ਸਾਹਿਬ, ਪਹਿਲੀ ਖਬਰ ਕਿ what's happening with the summer break? ਯੈਸ, ਦੇਖੋ ਜੀ ਵੀ ਸਮਰ ਬ੍ਰੇਕ ਆਨਗੋਇੰਗ ਹੈ ਤੇ ਸਮਰ ਬ੍ਰੇਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਾਣੀ ਕਿ ਜਿਸ ਤਰੀਕੇ ਦੇ ਨਾਲ ਆਪਾਂ ਬੇਨਤੀਆਂ ਭੈਣ ਭਰਾਵਾਂ ਨੂੰ ਕਰ ਰਹੇ ਸੀ, ਜਾਣੀ ਕਿ ਇਹ ਵੀਕ ਦੇ ਚਲਦਿਆਂ ਆਪਾਂ ਦੇਖ ਰਹੇ ਸੀਗਾ ਵੀ ਇੱਕ ਤੇ 13 ਸਾਲ ਦਾ ਮੁੰਡਾ ਜਿਹੜਾ ਜੀ ਵੀ ਉਹ ਵੀਰਵਾਰ ਨੂੰ ਮਸੀਂ ਡੁੱਬਣ ਤੋਂ ਬਚਿਆ। ਉਸ ਤੋਂ ਪਹਿਲਾਂ ਸੋਮਵਾਰ ਨੂੰ ਇੱਕ ਬਜ਼ੁਰਗ ਜਿਹੜੇ ਆ ਵੀ ਉਹ ਤੇ ਡੁੱਬ ਕੇ ਮੌਤ ਹੋਈ ਗਈ ਸੀਗੀ। ਪਰ ਆ ਵੀਕਐਂਡ ਥੋੜਾ ਜਿਹਾ ਸੁੱਖੀ ਸਾਂਦੀ ਲੰਘ ਗਿਆ ਤੇ ਇਹਦੇ ਵਿੱਚ ਕੋਈ ਵੈਦਰ ਵੀ ਬਹੁਤਾ ਫੇਵਰੇਬਲ ਨਹੀਂ ਸੀਗਾ। ਬੀਚਸ ਤੇ ਲੇਕਸ ਤੇ ਦਰਿਆਵਾਂ ਦੁਆਲੇ ਰਸ਼ ਵੀ ਘਟਿਆ ਤੇ ਇਹਦੇ ਨਾਲ ਜੀ ਵੀ ਇਹ 4 ਹਫ਼ਤਿਆਂ ਦਾ ਜਿਹੜਾ ਮੌਤ ਦਾ ਤਾਂਡਵ ਸੀਗਾ ਪਾਣੀਆਂ ਦੇ ਵਿੱਚ, ਜਾਣੀ ਉਹਦੇ ਤੋਂ ਲੋਕਾਂ ਨੇ ਥੋੜਾ ਜਿਹਾ ਸਬਕ ਵੀ ਲਿਆ ਲੱਗਦਾ ਜੀ। ਤੇ ਇਹ ਜਿਹੜਾ ਵੀਕਐਂਡ ਹੈ ਸੁੱਖੀ ਸਾਂਦੀ ਲੰਘ ਗਿਆ ਆਪਣੇ ਓਨਟਾਰੀਓ ਦੇ ਵਿੱਚ। ਤੇ ਆਪਾਂ ਆਸ ਕਰਦੇ ਹਾਂ ਵੀ ਜਿਹੜੀ ਇਹ ਸਮਰ ਹੁਣ ਬਾਕੀ ਰਹਿੰਦੀ ਹੈ, ਸਪੈਸ਼ਲੀ ਜਾਣੀ ਕਿ ਅਗਸਤ ਜਾਂ ਸਪਟੈਂਬਰ ਦੇ ਮਿਡ ਤੱਕ,
ਵੀ ਉਦੋਂ ਤੱਕ ਇਹ ਹੁਣ ਇਸ ਤਰ੍ਹਾਂ ਦੀ ਕੋਈ ਹੋਰ ਬੁਰੀ ਖਬਰ ਸਾਨੂੰ ਸਾਂਝੀ ਨਹੀਂ ਕਰਨੀ ਪਵੇਗੀ। ਤੇ ਦੂਸਰਾ ਇਹ ਹੈ ਜੀ ਵੀ ਵੈਕਸੀਨੇਸ਼ਨ ਦਾ ਕਾਫੀ ਉਤਸ਼ਾਹ ਹੈ, ਜਿਹੜਾ ਵੈਕਸੀਨੇਸ਼ਨ ਕਲੀਨਿਕ ਬਰੈਂਪਟਨ ਦੇ ਵਿੱਚ ਸਪੈਸ਼ਲੀ ਚੱਲਿਆ ਜੀ ਲੇਟ ਨਾਈਟ ਉਹਦੇ ਵਿੱਚ ਲੋਕਾਂ ਦੇ ਵਿੱਚ ਰਿਹਾ, ਔਰ ਇੱਕ ਤਰੀਕੇ ਦੇ ਨਾਲ ਇਹ ਅੱਜ ਵੀ ਹੁਮ ਹੁਮਾ ਕੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਤੇ ਤਦੇ ਕਰਕੇ ਜਾਣੀ ਕਿ ਪੀਲ ਰੀਜਨ ਨੂੰ ਉਹ ਜਿਹੜਾ ਆਪਣਾ ਅੰਕੜਾ 50% ਪਲੱਸ ਜਿਹੜਾ ਉਹ ਫੁੱਲੀ ਵੈਕਸੀਨੇਟ ਹੋਏ ਪੀਪਲ ਇਸ ਵੇਲੇ ਮਿਸਿਸਾਗਾ, ਬਰੈਂਪਟਨ ਤੇ ਕੈਲਡਨ 'ਚ ਹੈਗੇ ਆ। ਤੇ ਇਸੇ ਕਰਕੇ ਜਾਣੀ ਕਿ ਇਸ ਵੇਲੇ ਜਿਹੜਾ ਪੋਜ਼ਿਟਿਵਿਟੀ ਰੇਟ ਆ ਉਹ ਪੀਲ ਦੇ ਵਿੱਚ ਬਹੁਤ ਹੇਠਾਂ ਜਾ ਚੁੱਕਾ ਤੇ ਕਾਫੀ ਅੰਡਰ ਕੰਟਰੋਲ ਜਿਹੜਾ ਇਹ ਕੋਵਿਡ ਆ ਚੁੱਕਾ ਜੀ। ਜੌਲ ਸਾਹਿਬ, ਬਰੈਂਪਟਨ ਦੇ ਵਿੱਚ ਬੜੀ ਦੁਖਨਾਕ ਖਬਰ ਹੈ ਕਿ ਇੱਕ ਨੰਨੀ ਮੁੰਨੀ ਬੱਚੀ ਗੱਡੀ ਦੇ ਥੱਲੇ ਸ਼ੀ ਕੇਮ ਐਂਡ ਉਸ ਦੀ ਕਹਿੰਦੇ ਡੈਥ ਹੋ ਗਈ ਜੀ। ਯੈਸ, ਇਹ ਹੁਣ ਦੇਖੋ ਵੀ ਅਜੀਬੋ ਗਰੀਬ ਗੱਲ ਹੈ ਵੀ 1 ਸਾਲ ਦਾ ਬੱਚਾ ਹੋਵੇ ਵੀ ਉਹ ਰਾਤ ਨੂੰ 1 ਵਜੇ ਡਰਾਈਵਵੇ ਦੇ ਵਿੱਚ ਹੋਵੇ ਘਰ ਦੇ, ਹਨ। ਓ ਮਾਈ ਗॉड, ਅੱਛਾ। 1 ਈਅਰ ਕਿਡ, 1 ਸਾਲ ਦਾ ਬੱਚਾ, ਤੇ ਉਹ ਉਸ ਵੇਲੇ ਡਰਾਈਵਵੇ ਦੇ ਵਿੱਚ ਹੋਵੇ। ਤੇ ਹੁਣ ਗੱਡੀ ਜਾਣੀ ਕਿ ਕਿਸੇ ਫੈਮਿਲੀ ਮੈਂਬਰ ਦੇ ਵੱਲੋਂ ਡਰਾਈਵ ਕੀਤੀ ਗਈ, ਉਸ ਵੇਲੇ ਬੈਕ ਕੀਤੀ ਗਈ। ਓ ਮਾਈ ਗॉड। ਹਾਂਜੀ, ਬੱਚੀ ਪਿੱਛੇ ਨਹੀਂ ਦਿਸੀ ਜਾਂ ਜੋ ਵੀ ਹੈ, ਤੇ ਉਹ ਜੀ ਫਿਰ ਹੁਣ ਕ੍ਰਸ਼ ਹੋ ਗਈ ਜਾਣੀ ਗੱਡੀ ਹੇਠ ਆ ਕੇ, ਤੇ ਡੈਥ ਉਹਦੀ ਹੋ ਗਈ ਆ। ਬਾਕੀ ਇਨਵੈਸਟੀਗੇਸ਼ਨ ਜਿਹੜੀ ਆ ਪਾਸ ਮਹੱਲੇ ਦੇ ਵਿੱਚ ਤੁਹਾਨੂੰ ਪਤਾ ਜੀ ਫਿਰ ਰੌਲਾ ਪੈ ਗਿਆ ਸਾਰਿਆਂ ਦਾ, ਬੜੀ ਦੁਖਦਾਈ ਘਟਨਾ ਸੀ। ਪਰ ਪੁਲਿਸ ਨੇ ਵੀ ਇਹੀ ਕਨਕਲੂਡ ਕੀਤਾ ਜੀ ਕਿ ਇੱਕ ਟੈਰੀਬਲ ਐਕਸੀਡੈਂਟ ਆ, ਵੀ ਇੰਟੈਂਸ਼ਨ ਨਹੀਂ ਸੀਗੀ ਬੱਚੇ ਨੂੰ ਹੇਠਾਂ ਦੇ ਕੇ ਮਾਰਨ ਦੀ ਜੀ। ਪਰ ਹੁਣ ਇਸ ਗੱਲ ਦਾ ਆਪਣੇ ਆਪ ਦੇ ਵਿੱਚ ਜਾਣੀ ਆਂਢ ਗੁਆਂਢ ਦੇ ਵਿੱਚ ਵੀ ਪੁੱਛਿਆ ਜਾ ਰਿਹਾ ਵੀ ਕੋਈ 1 ਸਾਲ ਦਾ ਬੱਚਾ ਇਕੱਲਾ ਕਿਸੇ ਘਰ ਦੇ ਡਰਾਈਵਵੇ ਦੇ ਵਿੱਚ ਕਿੱਦਾਂ ਹੋ ਸਕਦਾ। ਹਾਊ ਇਜ਼ ਦੈਟ ਪੋਸੀਬਲ। ਸੋ ਇਸ ਤਰੀਕੇ ਦੇ ਨਾਲ ਹੈ ਜੀ ਵੀ ਇਹ ਘਟਨਾਵਾਂ ਫਿਰ ਇਸੇ ਕਰਕੇ ਸ਼ੇਅਰ ਕਰਨ ਦਾ ਵੀ ਪਰਪਜ਼ ਇਹੀ ਹੁੰਦਾ ਇਨਫੋਰਮੇਸ਼ਨ ਕਿ ਭੈਣ ਭਰਾ ਸਬਕ ਲੈਣ। ਵੈਸੇ ਆਪਣੀ ਕਮਿਊਨਿਟੀ ਇਸ ਬਾਰੇ ਜੀ ਵੀ ਕਾਫੀ ਅਵੇਅਰ ਆ। ਕਦੀ ਆਪਣੀ ਕਮਿਊਨਿਟੀ ਦੇ ਇੰਨੇ ਛੋਟੇ ਬੱਚੇ ਜਿਹੜੇ ਨਾ ਵੀ ਉਹ ਤਾਂ ਘਰਾਂ ਤੋਂ ਬਾਹਰ ਨਹੀਂ ਨਿਕਲ ਦਿੱਤੇ ਜਾਂਦੇ ਕਦੀ ਵੀ, ਕਿਉਂਕਿ ਜੇ ਪੇਰੈਂਟਸ ਕੰਮਾਂ ਤੇ ਗਏ ਆ ਤੇ ਘਰਾਂ ਦੇ ਵਿੱਚ ਗ੍ਰੈਂਡ ਪੇਰੈਂਟਸ ਹੈਗੇ ਆ ਜਿਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਕਰਨੀ ਆ ਜੀ। ਪਰ ਇਹਦੇ ਨਾਲ ਹੀ ਜਿਹੜੇ ਵੀ ਜਾਣੀ ਵੱਡੀ ਉਮਰ ਦੇ ਆ, ਸਪੈਸ਼ਲੀ ਜਾਣੀ ਕਿ ਇੱਥੇ ਨਹੀਂ ਬੋਰਨ ਹੋਏ, ਬਾਹਰੋਂ ਵੱਡੇ ਹੋ ਕੇ ਆਏ ਆ ਜਾਂ ਆਈਆਂ, ਉਹਨਾਂ ਦੀ ਤਰਥੱਲੀ ਬਰੈਂਪਟਨ ਦੀਆਂ ਸੜਕਾਂ ਤੇ ਕਾਫੀ ਰਹਿੰਦੀ ਆ, ਜਾਂ ਇੱਧਰ ਐਡਮਿੰਟਨ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਕਾਫੀ ਜੀ। ਤੇ ਕੁਝ ਕੁ ਜਾਣੀ ਕਿ ਇਹ ਵੀਕਐਂਡ ਦੇ ਦੌਰਾਨ ਕਰਮਸਤੀਆਂ ਦੇ ਕਰਕੇ, ਗੱਡੀਆਂ ਤੇਜ਼ ਚਲਾਉਣ ਕਰਕੇ ਲੋਕਾਂ ਦੇ ਘਰ ਭੰਨਣ, ਲੋਕਾਂ ਦੀਆਂ ਗੱਡੀਆਂ ਭੰਨਣ, ਤੇ ਪੰਜਾਬੀ ਮੁੰਡਿਆਂ ਦੇ ਵੱਲੋਂ, ਹਨਾ ਜੀ, ਸਪੈਸ਼ਲੀ ਜਾਣੀ ਦਸਤਾਰਧਾਰੀ ਵੀ ਇੱਕ ਦੱਸਿਆ ਜਾ ਰਿਹਾ। ਚਲੋ ਦਸਤਾਰ ਤਾਂ ਠੀਕ ਹੈ, ਪਰ ਕਿਉਂਕਿ ਦਸਤਾਰ ਤੋਂ ਫਿਰ ਪਤਾ ਲੱਗ ਜਾਂਦਾ ਨਾ ਦੂਰੋਂ ਵੀ ਇਹ ਕੌਣ ਆ, ਆਈਡੈਂਟੀਫਿਕੇਸ਼ਨ ਦਾ ਬਹੁਤਾ ਭੁਲੇਖਾ ਨਹੀਂ ਰਹਿ ਜਾਂਦਾ। ਤੇ ਇਸ ਲਿਹਾਜ਼ ਨਾਲ ਇਹ ਆ ਜੀ ਵੀ ਇਹ ਐਡਮਿੰਟਨ ਦੇ ਵਿੱਚ ਬਹੁਤ ਵੱਡੀ ਘਟਨਾ ਜਿਹੜੀ ਵੀਕਐਂਡ ਤੇ ਇਹ ਕਈ ਘਰਾਂ ਨੂੰ ਤੋੜਿਆ ਗਿਆ ਗੱਡੀ ਤੇਜ਼ ਭਜਾ ਕੇ। ਪਹਿਲਾਂ ਸੜਕ ਤੇ ਜਦੋਂ ਆਊਟ ਆਫ ਕੰਟਰੋਲ ਹੋਈ ਆ ਹਾਂਜੀ ਅੱਧੀ ਰਾਤ, ਉਸ ਵੇਲੇ ਫਿਰ ਉਹ ਘਰਾਂ ਦੇ ਵਿੱਚ ਲੋਕਾਂ ਦੇ ਡਰਾਈਵ ਵਿੱਚ ਖੜੀਆਂ ਗੱਡੀਆਂ 'ਚ ਵੀ ਵੱਜੀ ਆ ਉਹਨਾਂ ਦੀ ਗੱਡੀ, ਤੇ ਨਾਲ ਜਾਣੀ ਕਿ ਫਿਰ ਉਹ ਆਸ-ਪਾਸ ਦੇ ਵਿੱਚ ਘਰਾਂ ਦਾ ਵੀ ਨੁਕਸਾਨ ਹੋਇਆ, ਪ੍ਰੋਪਰਟੀਜ਼ ਦਾ। ਫਿਰ ਉਹ ਗੱਡੀ ਜਾਣੀ ਉੱਥੇ ਹੀ ਆਪਣੀ ਭੱਜੀ ਟੁੱਟੀ ਖੜੀ ਕਰਕੇ ਤੇ ਨੱਸ ਗਏ ਨੇ ਤਿੰਨੇ ਜਣੇ, ਹਨਾ। ਤੇ ਉਹਨਾਂ ਤੋਂ ਬਾਅਦ ਫਿਰ ਇੱਕ ਤਾਂ ਹੁਣ ਦੇਖੋ ਵੀ ਕਿੱਦਾਂ ਦਾ ਕਲਚਰ ਆਪਾਂ ਆਪਣੇ ਦਿਮਾਗਾਂ ਦੇ ਵਿੱਚ ਇੱਥੇ ਲੈ ਕੇ ਆਉਂਦੇ ਆ। ਉਹ ਹੁਣ ਉੱਥੋਂ ਦਾ ਤੜਲਾ ਹੁੰਦਾ ਵੀ ਨਿਕਲ ਜਾਈਏ ਪੰਜਾਬ 'ਚੋਂ ਕਿਸੇ ਤਰ੍ਹਾਂ, ਤੇ ਇੱਥੇ ਨਿਕਲ ਕੇ ਜਾਣੀ ਕਿ ਫਿਰ ਇੰਨੀ ਖਰਮਸਤੀ ਲੜਦੀ ਆ, ਤਾਂ ਫਿਰ ਆਪਾਂ ਜਿਹੜੀ ਗੱਲ ਕਹਿੰਦੇ ਆ ਵੀ ਭੱਲ ਨਹੀਂ ਪਚਦੀ। ਤੇ ਫਿਰ ਇੱਕ ਜਾਣਾ ਮਗਰੋਂ ਹੋਰ ਆਉਂਦਾ ਮੁੜ ਕੇ, ਉਹ ਗੱਡੀ ਦੇ ਵਿੱਚ ਜੇ ਕੋਈ ਆਈਡੈਂਟੀਫਿਕੇਸ਼ਨ ਜਾਂ ਕੋਈ ਪਰਸ ਵਗੈਰਾ ਪਿਆ ਤੇ ਉਹ ਜਾਣੀ ਕਿ ਵੈਰੀਫਾਈ ਕਰਨ ਆਉਂਦਾ ਵੀ ਕਿਸੇ ਤਰ੍ਹਾਂ ਅਸੀਂ ਹੁਣ ਫੜੇ ਨਾ ਜਾਈਏ। ਪਰ ਉਹ ਗੱਡੀ ਆ ਨੈਚੁਰਲੀ ਜੇ ਹੁਣ ਚੋਰੀ ਦੀ ਨਾ ਹੋਈ ਤੇ ਮੈਨੂੰ ਤਾਂ ਲੱਗਦਾ ਵੀ ਛੇਤੀ ਉਹਨਾਂ ਤੱਕ ਪੁਲਿਸ ਜਿਹੜੀ ਆ ਉਹ ਪਹੁੰਚ ਜਾਣੀ ਆ। ਤੇ ਪਰ ਜੇ ਗੱਡੀ ਚੋਰੀ ਦੀ ਹੋਈ ਤੇ ਲੈਟਸ ਸੀ ਕੀ ਵਾਪਰਦਾ। ਪਰ ਆਹ ਜਿਹੜੀਆਂ ਗੱਲਾਂ ਆ ਨਾ ਵੀ ਇਹ ਜਦੋਂ ਆਪਾਂ ਕਰਜ਼ੇ ਲੈ ਕੇ ਤੁਰਦੇ ਆ, ਜਦੋਂ ਆਪਾਂ ਅਰਦਾਸਾਂ ਕਰਦੇ ਆ, ਜਦੋਂ ਉੱਥੇ ਭੰਗੜੇ ਪਾਉਣੇ ਆ ਵੀ ਵੀਜ਼ਾ ਮਿਲ ਗਿਆ, ਵੀ ਇਹ ਟੋਟਲੀ ਕੰਟਰੇਰੀ ਆ ਵੀ ਜੋ ਕੁਝ ਇੱਥੇ ਆ ਕੇ ਹੋ ਰਿਹਾ, ਹਨਾ। ਇਸੇ ਕਰਕੇ ਅਮਰਜੋਤ ਸੰਧੂ ਵੀ ਕੱਲ ਦੱਸ ਰਿਹਾ ਸੀ ਐਮਪੀਪੀ ਵੀ ਜਿਹੜੇ ਇਹ 12+ ਆ ਰਹੇ ਆ। ਪਹਿਲਾਂ ਤਾਂ ਚਲੋ ਲੋਕ ਕਹਿੰਦੇ ਸੀ ਤੇ ਫਿਰ ਇਹ ਸਟੂਡੈਂਟਸ ਨੂੰ ਮਾੜਾ ਲੱਗਦਾ ਨਾ ਵੀ 12+ ਦਾ ਬਹੁਤ ਵਧੀਆ ਜੀ, ਬਹੁਤ ਵਧੀਆ ਵੀ ਹੈਗੇ ਨੇ, ਪਰ ਆਹ ਖਰਮਸਤੀਆਂ ਵੀ ਹੈਗੀਆਂ ਨੇ। ਆਪਾਂ ਇਹ ਖਰਮਸਤੀਆਂ ਨਹੀਂ ਚਾਹੁੰਦੇ, ਭਾਵੇਂ ਤੁਸੀਂ ਕਹਿੰਦੇ ਉਹ 1% ਆ ਜੀ, 2% ਆ ਜੀ, 4% ਆ ਜੀ, ਪਰ ਮੈਂ ਅਦਾਲਤਾਂ, ਪੁਲਿਸਾਂ, ਥਾਣਿਆਂ 'ਚ ਤੁਸੀਂ ਜਾ ਕੇ ਦੇਖ ਲਓ, ਇਹ 2, 4, 5% ਤੋਂ ਕਿਤੇ ਵੱਧ ਨੇ, ਕਿਤੇ ਵੱਧ ਨੇ। ਅਸੀਂ ਅੰਡਰ ਐਸਟੀਮੇਟ ਕਰ ਰਹੇ ਹਾਂ ਇਹਨਾਂ ਖਰਮਸਤੀ ਕਰਨ ਵਾਲੇ ਲੋਕਾਂ ਨੂੰ। ਸੋ ਇਹ ਮੈਂ ਤਾਂ ਕਹਿੰਦਾ ਵੀ ਇੱਕ ਵੀ ਨਹੀਂ ਨਾ ਹੋਣਾ ਚਾਹੀਦਾ, ਇੱਕ ਵੀ ਨਹੀਂ ਹੋਣੀ ਚਾਹੀਦੀ, ਇੱਕ ਵੀ ਨਹੀਂ। ਤੁਸੀਂ 2, 4, 5% ਆਪਣੇ ਕੋਲੋਂ ਹੀ, ਚਲੋ ਇਹ ਕਿਹੜਾ ਕੋਈ ਵੈਰੀਫਾਈਡ ਡਾਟਾ ਆ, ਹਨਾ, ਇਹ ਆਪਣੇ ਕੋਲੋਂ ਹੀ ਆਪਾਂ ਇੱਦਾਂ ਕਹਿੰਦੇ ਆ ਗੱਲ ਬਣਾ ਕੇ। ਪਰ ਦੂਸਰੇ ਪਾਸੇ ਇਹ ਆ ਵੀ 2, 4, 5% ਦੀ ਤਾਂ ਗੱਲ ਵੱਖਰੀ, ਇੱਕ ਵੀ ਨਹੀਂ ਹੋਣਾ ਚਾਹੀਦਾ, ਇੱਕ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਆਪਾਂ ਇਹਨਾਂ ਕੰਮਾਂ ਵਾਸਤੇ ਇੱਥੇ ਆਏ ਨਹੀਂ ਘਰੋਂ ਚੱਲ ਕੇ। ਆਪਣਾ ਮਿਸ਼ਨ ਕੋਈ ਹੋਰ ਆ, ਆਪਣਾ ਉੱਥੋਂ ਤਰੱਦਦ ਕੋਈ ਹੋਰ ਆ, ਆਪਣਾ ਕਰਜ਼ਾ ਲੈਣ ਦੀ ਭਾਵਨਾ ਕੋਈ ਹੋਰ ਆ। ਆਪਾਂ ਜਦੋਂ ਆਇਲਟਸ ਟੈਸਟ ਪਾਸ ਕਰਨ ਲਈ ਜਾਂ ਜੇ ਕੁਆਲੀਫਾਈ ਨਹੀਂ ਵੀ ਕਰਦੇ ਸੀ, ਇੱਧਰ ਉੱਧਰ ਹੱਥ ਮਾਰਨ ਲਈ ਵੀ ਮੈਂ ਕਿੱਦਾਂ ਪਾਸ ਕਰਾਂ, ਕਿੱਦਾਂ ਉੱਥੋਂ ਨਿਕਲਾਂ, ਉਹ ਸਮਾਂ ਯਾਦ ਜਿਹੜਾ ਵਿਅਕਤੀ ਰੱਖਦਾ ਨਾ, ਉਹਦੇ ਕੋਲ ਨਹੀਂ ਟਾਈਮ ਹੈਗਾ ਇਸ ਤਰੀਕੇ ਦੀਆਂ ਖਰਮਸਤੀਆਂ ਕਰਨ ਦਾ ਵੀ
ਜੇ ਸੜਕਾਂ ਖੁੱਲੀਆਂ ਮਿਲ ਗਈਆਂ, ਗੱਡੀ ਮਿਲ ਗਈ ਆ, ਤੇ ਮੈਂ ਉਹਦੀ ਅੱਤ ਦੀ ਸਪੀਡ ਕਰਕੇ ਤੇ ਮਤਲਬ ਆਪਣੀ ਗੱਡੀ ਵੀ ਭੰਨਾ, ਲੋਕਾਂ ਦੇ ਘਰ ਵੀ ਭੰਨਾ, ਜਾਂ ਫਿਰ ਚੋਰੀ ਗੱਡੀਆਂ ਕਰਕੇ ਤੇ ਘਰਾਂ ਦੇ ਵਿੱਚ ਚੋਰੀਆਂ ਕਰਾਂ ਜੀ। ਇਹ ਚੀਜ਼ਾਂ ਬਿਯੋਂਡ ਇਮੈਜੀਨੇਸ਼ਨ ਆ ਜੋ ਕੁਝ ਇਹ ਵਾਪਰ ਰਿਹਾ। ਮੰਨੋ ਭਾਵੇਂ ਨਾ ਮੰਨੋ, ਭਾਵੇਂ ਇਹਨੂੰ ਕਵਰ ਅਪ ਕਰਨ ਦੀ ਲੋੜ ਕੋਈ ਨਹੀਂ ਕਮਿਊਨਿਟੀ ਦੇ ਵੱਲੋਂ, ਵੀ ਥੋੜੇ ਆ ਜੀ, ਥੋੜੀਆਂ ਆ ਜੀ, ਪਰ ਮੈਂ ਕਹਿ ਰਿਹਾ ਇੱਕ ਵੀ ਨਹੀਂ ਹੋਣਾ ਚਾਹੀਦਾ, ਭਾਵੇਂ ਥੋੜੀਆਂ ਕਿਉਂ ਆ, ਇੱਕ ਵੀ ਨਹੀਂ ਹੋਣਾ ਚਾਹੀਦਾ। ਕੋਈ ਹੈ ਉੱਥੋਂ ਜਿਹੜਾ ਕੈਨੇਡਾ ਦਾ ਚੋਰ ਬਣਨ ਲਈ, ਕੈਨੇਡਾ ਦਾ ਫਰਾਡੀਆ ਬਣਨ ਦੇ ਲਈ, ਕੈਨੇਡਾ ਦੇ ਵਿੱਚ ਆਹ ਕੁਝ ਲੋਕਾਂ ਦੇ ਘਰ ਭੰਨਣ ਲਈ ਤੁਰਦਾ ਜਾਂ ਤੁਰਦੀ ਆ? ਕੌਣ ਆ ਉਹ? ਹਨਾ, ਕੋਈ ਮਾਪਾ ਤੋਰਦਾ ਏਦਾਂ ਦੇ ਨੂੰ? ਮਤਲਬ ਇਹ ਹੁਣ ਹੈਰਾਨੀ ਦੀ ਗੱਲ ਹੀ ਆ ਵੀ ਇੱਥੇ ਆ ਕੇ ਭੱਲ ਨਾ ਪਚਣ ਵਾਲੀ ਗੱਲ ਹੀ ਆ ਨਾ। ਇੱਥੋਂ ਗਾਂਹ ਕਿੱਥੇ ਜਾਣਾ? ਤੇ ਜਦੋਂ ਇਹਨਾਂ ਨੂੰ ਜਾਣੀ ਕਿ ਸਾਰਾ ਕੁਝ ਬੋਰੀਆ ਬਿਸਤਰਾ ਗੋਲ ਕਰਕੇ ਭੇਜਿਆ ਜਾਂਦਾ, ਫਿਰ ਇਹਨਾਂ ਨੂੰ ਰੋਣੇ ਬਿਲਕਲੇ ਯਾਦ ਆ ਜਾਂਦੇ ਆ ਜੀ, ਸਾਨੂੰ ਮੋੜੋ ਨਾ ਜੀ, ਬਾਕੀ ਜੋ ਮਰਜ਼ੀ ਕਰ ਲਓ। ਮੋੜੀ ਮਤਲਬ ਹੁਣ ਮੋੜੇ ਕਿਉਂ ਨਾ ਸਿਸਟਮ ਇਹਨਾਂ ਨੂੰ ਫਿਰ, ਹਨਾ, ਜਦੋਂ ਤੁਹਾਨੂੰ ਭੱਲ ਨਹੀਂ ਪਚਦੀ ਜੀ। ਇੱਕ ਮੈਂ ਕਹਿੰਦਾ ਅਰਸ਼, ਹੁਣ ਫਰਜ਼ ਕਰੋ ਵੀ ਕਿਸੇ ਦਾ ਕੋਈ ਭੈਣ ਭਰਾ ਦਾ ਘਰ ਆ, ਉਹਦੇ ਵਿੱਚ ਜੇ ਕੋਈ ਤੜਲਾ ਕਰਕੇ ਆ ਗਿਆ ਵੀ ਬਚਾ ਲਓ, ਮੈਂ ਨਹੀਂ ਆਪਣੇ ਘਰ ਰਹਿ ਸਕਦਾ, ਮੇਰੇ ਤੇ ਬੜਾ ਜ਼ੁਲਮ ਹੋ ਰਿਹਾ, ਜਾਂ ਮੈਂ ਤਾਂ ਉੱਥੇ ਭੁੱਖਮਰੀ ਹੋ ਗਈ, ਜਾਂ ਉੱਥੇ ਤਾਂ ਰਿਸ਼ਵਤਖੋਰੀ ਬਹੁਤ ਹੈ, ਸਾਡਾ ਤਾਂ ਉੱਥੇ ਸਰਦਾ ਹੀ ਨਹੀਂ ਹੈ, ਬੇਈਮਾਨਾਂ ਦਾ ਜ਼ਿਆਦਾ ਮਤਲਬ ਵਾਸਾ ਹੋ ਗਿਆ, ਤੇ ਤੁਸੀਂ ਉਹਨੂੰ ਘਰ ਦੇ ਵਿੱਚ ਰੱਖ ਲੈਂਦੇ ਹੋ। ਮੁੜ ਕੇ ਤੁਹਾਡਾ ਘਰ ਅੰਦਰੋਂ ਭੰਨਣਾ ਸ਼ੁਰੂ ਕਰਦੇ, ਉੱਥੇ ਉਹਨੂੰ ਭੱਲ ਨਾ ਪਚੇ ਤੇ ਕੀ ਕਰੋਗੇ? ਬਿਲਕੁਲ ਕਰੋਗੇ ਨਾ ਜੀ ਜੀ। ਤੇ ਕਿਉਂ ਕੈਨੇਡਾ ਨਹੀਂ ਇਹੋ ਜਿਹੀਆਂ ਨੂੰ ਕਿਕ ਆਊਟ ਕਰੂਗਾ ਫਿਰ, ਜਾਂ ਕਿਉਂ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ? ਹਨਾ, ਇਸ ਕਰਕੇ ਜੀ ਵੀ ਜੇ ਕੋਈ ਭੈਣ ਭਰਾ ਨੂੰ ਭੱਲ ਪਚੇ ਤੇ ਉਹ ਸਟੂਡੈਂਟ ਤੋਂ MLA ਤੇ ਮੰਤਰੀ ਵੀ ਬਣ ਸਕਦਾ। ਐਗਜ਼ਾਮਪਲ ਬਰੈਂਪਟਨ ਵੈਸਟ ਵਿੱਚ ਹੈਗੀ ਆ ਜੀ। ਬਿਲਕੁਲ ਯੂ ਆਰ ਰਾਈਟ। ਨਹੀਂ ਭੱਲ ਪਚਦੀ, ਉਹ ਤੁਸੀਂ ਇੱਥੇ ਆ ਰੈਕਟੇਲ ਬੁਲੇਵਾਰਡ ਤੇ ਬਣਿਆ ਹੋਇਆ ਡਿਟੈਂਸ਼ਨ ਸੈਂਟਰ, ਉੱਥੇ ਜਾ ਕੇ ਦੇਖ ਲਓ ਜੀ। ਤੇ ਉਹ ਅੱਖਾਂ 'ਚ ਘਸੁੰਨ ਦੇ ਕੇ ਮੁੜ ਕੇ ਜਾਣੀ ਕਿ ਨੀਵੀਂ ਪਾਈ ਹੋਈ ਹੈ, ਹਾਂਜੀ, ਡੇਲੇ ਵੀ ਤਾਂ ਨਹੀਂ ਚੁੱਕ ਹੁੰਦੇ ਬਾਹਰ ਕਿਤੇ, ਮੁੜ ਕੇ ਇੰਨੀ ਸ਼ਰਮ ਆਉਣ ਲੱਗ ਜਾਂਦੀ। ਜਾਣੀ ਕਿ ਇਹਨਾਂ ਦਾ ਜਿਹੜਾ ਫਤੂਰ ਆ ਨਾ, ਉਤਰਦਾ ਫਿਰ ਮੁੜ ਕੇ ਬਹੁਤ ਛੇਤੀ ਆਰਸ਼। ਉੱਥੇ ਜੱਜਾਂ ਦੇ ਸਾਹਮਣੇ, ਅਫਸਰਾਂ ਦੇ ਸਾਹਮਣੇ ਹੱਥ ਜੋੜ ਕੇ, ਸਿਰ ਨਵਾ ਕੇ, ਫਿਰ ਐਵੇਂ ਜਾਣੀ ਆਪਣੀ ਅੱਡੀ ਦੇ ਨਾਲ ਧਰਤੀ ਜੀ ਖੁਰਕੀ ਜਾਣਗੇ ਜੀ, ਤੋ ਜਾਣਗੀਆਂ। ਤੋ ਇਸ ਕਰਕੇ ਇਹਨਾਂ ਦੀ ਖਰਮਸਤੀ ਉਤਰਦੀ ਬਹੁਤ ਛੇਤੀ ਆ। ਪਰ ਇਹ ਮੈਂ ਸਮਝਦਾ ਜੀ ਵੀ ਜਿਨ੍ਹਾਂ ਨੂੰ ਇੱਥੇ ਉਤਰਨ ਤੋਂ ਬਾਅਦ ਧਰਤੀ ਦੇ ਨਾਲ ਜੁੜ ਕੇ ਜੀਣਾ ਆਉਂਦਾ, ਉਹਨਾਂ ਦੇ ਕੋਲੋਂ ਇਹ ਕੰਮ ਨਹੀਂ ਹੁੰਦੇ, ਹਨਾ। ਇਹ ਉਹੀ ਲੋਕ ਨੇ ਜਿਹਨਾਂ ਨੂੰ ਪਲੇਟ 'ਚ ਪਰੋਸਿਆ ਹੋਇਆ ਸਭ ਕੁਝ ਉੱਥੋਂ ਮਿਲਿਆ, ਹਨਾ, ਤੇ ਉਸੇ ਤਰੀਕੇ ਦੇ ਨਾਲ ਫਿਰ ਇੱਥੇ ਆ ਕੇ ਖਰਮਸਤੀਆਂ। ਸੋ ਦੇਖਦੇ ਹਾਂ ਜੀ ਵੀ ਇਹ ਹੁਣ ਤਾਂ ਅਮਰਜੋਤ ਸੰਧੂ ਜਿਹੜੇ ਕਿ ਮੰਤਰੀ ਆ ਖੁਦ ਜੀ, ਪਾਰਲੀਮੈਂਟਰੀ ਸੈਕਟਰੀ ਦੇ ਪਾਰਲੀਮੈਂਟਰੀ ਅਸਿਸਟੈਂਟ ਆ ਇਨਫਰਾਸਟ੍ਰਕਚਰ ਦੇ ਜੀ, ਖੁਦ ਸਟੂਡੈਂਟ ਰਹੇ ਆ। ਉਹ ਖੁਦ ਕਹਿੰਦੇ ਆ ਵੀ ਜਿਹੜੇ 12+ ਆ ਰਹੀਆਂ ਆ, ਉਹਨਾਂ ਦੇ ਵਿੱਚ ਸਭ ਤੋਂ ਵੱਧ ਹੁੰਦਾ। ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਖੁਦ ਸਟੂਡੈਂਟ ਆ, ਕਿੱਥੇ ਕਮੀ ਰਹਿ ਜਾਂਦੀ ਆ, ਕਿਉਂ ਏਦਾਂ ਕਰਦੀਆਂ, ਕੌਣ ਆਓ? ਉਹਨਾਂ ਨੇ ਕਿਹਾ ਜੀ ਇਹ 12+ ਵਾਲੇ ਆ। ਉਹਨਾਂ ਦਾ ਕਹਿਣਾ, ਸਾਡਾ ਕਹਿਣਾ ਨਹੀਂ, ਜਿਹੜੇ ਸਟੂਡੈਂਟ ਤੋਂ ਖੁਦ MLA ਬਣੇ ਹੋਏ ਨੌਜਵਾਨ। ਲੋ ਜੀ, ਇਸ ਕਰਕੇ ਇਸ ਗੱਲ ਤੇ ਹੁਣ ਗਵਰਨਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ, ਅਸੀਂ ਤਾਂ ਕਿਹਾ ਸੀਗਾ ਵੀ ਉਹਨਾਂ ਤੇ ਕੋਈ ਮੈਂਡੇਟੋਰੀ ਇਸ ਤਰ੍ਹਾਂ ਕਰੋ ਵੀ ਜੀ ਉਹਨਾਂ ਨੇ ਆਉਣਾ ਵੀ ਆ ਤੇ ਉਹਨਾਂ ਨੂੰ ਕੋਈ ਐਸਾ ਕੋਰਸ ਲਾਇਆ ਜਾਵੇ ਜੀ, ਬਿਲਕੁਲ ਜਿਹੜਾ ਉਹਨਾਂ ਨੂੰ ਅਟੈਂਡ ਕਰਨਾ ਮੈਂਡੇਟੋਰੀ ਹੋਵੇ ਜੀ, ਉਹਦਾ ਕੋਈ ਕ੍ਰੈਡਿਟ ਦਿੱਤਾ ਜਾਵੇ, ਹਨਾ। ਕਹਿੰਦੇ ਜੀ ਵੀ ਕੋਰਸ ਹੈਗਾ ਤੇ ਸਹੀ, ਪਰ ਉਹ ਹਾਲ ਦੀ ਘੜੀ ਸ਼ਾਇਦ ਮੈਂਡੇਟੋਰੀ ਨਹੀਂ ਹੈ, ਜਾਂ ਉਹਨੂੰ ਅਟੈਂਡ ਕਰਕੇ ਵੀ ਜਾਣੀ ਅੱਖੋਂ ਪਰਖੇ ਕੀਤਾ ਜਾਂਦਾ ਵੀ ਉਹ ਕਿਹਾ ਕੀ ਜਾ ਰਿਹਾ। ਆਪਾਂ ਨੂੰ ਇਹ ਪਤਾ ਇੱਥੇ ਪੜ੍ਹਨ ਆਉਂਦਾ ਕੌਣ, ਪੜ੍ਹਨ ਕੌਣ ਆਉਂਦੀ ਹੈ। ਇਹ ਪੜ੍ਹਨਾ ਤੇ ਜਾਣੀ ਕਿ ਸਟੱਡੀ ਪਰਮਿਟ ਨੂੰ ਆਪਾਂ ਪੌੜੀ ਰੱਖਿਆ ਹੋਇਆ, ਜਿਹਦੇ ਨਾਲ ਕਿ ਕੈਨੇਡਾ ਦੇ ਵਿੱਚ ਸਾਡਾ ਪੈਰ ਪੈ ਜਾਵੇ, ਹਨਾ ਜੀ। ਪਰ ਉਹ ਸਿਸਟਮ ਦੇ ਵਿੱਚ ਹੁਣ ਰਹਿ ਕੇ ਆਪਣੇ ਜੀਵਨ ਨੂੰ ਬੈਟਰ ਬਣਾਉਣ ਜੇ ਆਏ ਆ, ਤੇ ਫਿਰ ਉਹ ਉਸ ਤਰੀਕੇ ਨਾਲ ਚੱਲਣਾ ਤੇ ਪਊਗਾ ਨਾ ਜੀ। ਆ ਜਿਹੜੀਆਂ ਗੱਲਾਂ ਇਹ ਮਾੜੀਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਲੋਕਾਂ ਦੇ ਜਦੋਂ ਸਾਹਮਣੇ ਆਉਂਦੀਆਂ, ਫਿਰ ਇਹਨਾਂ ਦੇ ਉੱਥੇ ਮਾਪੇ ਰੋਣਾ ਸ਼ੁਰੂ ਕਰ ਦਿੰਦੇ ਆ ਜੀ, ਸਾਡਾ ਧੀ ਪੁੱਤ ਤਾਂ ਨਹੀਂ ਏਦਾਂ ਦਾ। ਮਤਲਬ ਮਾਪਿਆਂ ਦਾ ਜਿਹੜਾ ਕਵਰ ਅਪ ਹੈ ਨਾ, ਆਪਣੀ ਗਲਤ ਜਾਣੀ ਬੇਈਮਾਨ ਹੋਈ ਜਾਂ ਮੁਜਰਮ ਹੋਈ ਔਲਾਦ ਨੂੰ ਕਵਰ ਅਪ ਹੀ ਕਰੀ ਜਾਣਾ, ਐਵੇਂ ਸਿਫਤਾਂ ਹੀ ਕਰੀ ਜਾਣੀਆਂ, ਸਿਫਤਾਂ ਹੀ ਕਰਨੀਆਂ, ਸਿਫਤਾਂ ਹੀ ਸੁਣਨੀਆਂ ਜੀ, ਫਿਰ ਇਹ ਪੱਲੇ ਤੇ ਉਹਨਾਂ ਦੇ ਰੋਣਾ ਪੈਂਦਾ ਹੀ ਆ ਨਾ ਇੱਕ ਸਮੇਂ ਤੋਂ ਬਾਅਦ ਜੀ। ਜੌਲ ਸਾਹਿਬ, ਇਸ ਵੀਕ ਕਾਫੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਅਸੀਂ ਸਟੈਪ 3 ਦੇ ਵਿੱਚ ਕਦਮ ਰੱਖ ਰਹੇ ਹਾਂ। ਐਂਡ ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲੈਣੇ, ਫਿਰ ਆਪਾਂ ਇਸ ਗੱਲ ਨੂੰ ਅਗਾਂਹ ਤੋਰਦੇ ਹਾਂ ਜੀ। ਲੈਂਦੇ ਹਾਂ, ਪਹਿਲੀ ਕਾਲ ਆਉਂਦੀ ਹੈ ਜੀ। ਸਤਿ ਸ਼੍ਰੀ ਅਕਾਲ। ਹਾਂ ਵਿਪਤੀ, ਸਤਿ ਸ਼੍ਰੀ ਅਕਾਲ ਤੈਨੂੰ ਤੇ ਆਪਣੇ ਜੌਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਮੈਂ ਕਰਨਲ ਸਟੋਰੀ ਬੋਲ ਰਿਹਾ ਜੀ। ਸੋਰੀ ਸਾਹਿਬ। ਅੱਛਾ, ਆ ਜਿਹੜੀ ਹੁਣੇ ਬੱਚੀ ਦੀ ਗੱਲ ਖਬਰ ਸੁਣਾਈ ਆ ਤੁਸੀਂ ਜੀ, 18 ਸਾਲ ਹੋ ਗਏ, ਸਟੋਨੀ ਕ੍ਰੀਕ 'ਚ ਵੀ ਇੱਕ ਏਦਾਂ ਹੋਇਆ ਸੀਗਾ। ਇੱਕ ਔਰਤ ਆਪਣੀ ਫਰੈਂਡ ਨੂੰ ਮਿਲਣ ਆਈ, ਰਾਤ ਨੂੰ ਸੁੱਤੀਆਂ ਹੋਈਆਂ ਸੀ, ਉਹ ਬੱਚੀ ਉੱਠੀ, ਉਹਨੇ ਦਰਵਾਜ਼ਾ ਖੋਲਿਆ, ਬਾਹਰ ਨਿਕਲ ਗਈ ਬੈਕ ਯਾਰਡ ਦੇ ਵਿੱਚ। ਵਿੰਟਰ ਸੀਗੀ, ਬਰਫ਼ ਦੇ ਉੱਪਰ ਥੋੜੀ ਜਿਹੀ ਜਲੀ ਡਿੱਗ ਪਈ ਉਹ ਜਦੋਂ ਥੋੜੀ ਵਾਰ ਜਾਗ ਆਈ, ਉਹਨੂੰ ਦੇਖਿਆ ਬੱਚੀ ਹੈ ਨਹੀਂ, ਦੇਖਿਆ ਤਾਂ ਬੱਚੀ ਫਰੀਜ਼ ਹੋਈ ਪਈ। ਉਹਨੇ ਫਟਾਫਟ ਐਂਬੂਲੈਂਸ ਮੰਗਾਈ,
ਉਹਨਾਂ ਨੇ ਪਹਿਲੀ ਗੱਲ ਡਿਕਲੇਅਰ ਕਰਤੀ ਵੀ ਇਹਦੀ ਲੱਤਾਂ ਤੇ ਬਾਹਾਂ ਵੱਢਣੀਆਂ ਪੈ ਜਾਣੀਆਂ। ਓ ਮਾਈ ਗॉड। ਪਰ ਉਹ ਲੈ ਗਏ ਇੱਕ ਦਫਾ, ਪਰ ਉਹ ਬੱਚੀ ਦੀ ਕਿਸਮਤ ਚੰਗੀ ਸੀ, ਬਲੱਡ ਸਰਕੂਲੇਸ਼ਨ ਦੁਬਾਰਾ ਚਾਲੂ ਹੋ ਗਿਆ। ਤੇ ਮੇਰਾ ਕਹਿਣ ਤੋਂ ਭਾਵ ਇਹ ਹੈ ਜਿਹੜੇ ਇੱਥੇ ਮਕਾਨ ਬਣਦੇ ਆ ਇਹਨਾਂ ਦਾ ਲੌਕਿੰਗ ਸਿਸਟਮ ਗਲਤ ਹੈ ਜੀ। ਉੱਪਰ ਇੱਕ ਚਟਕਣੀ ਹੋਈ ਚਾਹੀਦੀ ਹੈ, ਰਾਤ ਨੂੰ ਉਹ ਲਾ ਕੇ ਪਾਓ ਜਿੱਥੇ ਬੱਚੇ ਦਾ ਹੱਥ ਨਾ ਪਹੁੰਚੇ। ਬੱਚਾ ਬਾਹਰ ਆ ਹੀ ਨਹੀਂ ਸਕਦਾ ਜੀ। ਗੱਡੀਆਂ ਜਿਹੜੀਆਂ ਗੱਡੀਆਂ ਲਾਉਂਦੇ ਆ ਆਪਾਂ ਡਰਾਈਵੇ ਚ, ਗੱਡੀਆਂ ਦਾ ਮੂੰਹ ਰੋਡ ਵੱਲ ਨੂੰ ਹੋਣਾ ਚਾਹੀਦਾ। ਹਾਂ, ਇਹ ਵੀ ਗੱਲ ਤੁਹਾਡੀ ਸਹੀ ਹੈ। ਤਾਂ ਕਿ ਜਦੋਂ ਬੈਠੋ ਪਹਿਲਾਂ ਤਾਂ ਚਾਰੇ ਪਾਸੇ ਗੇੜਾ ਦਿਓ। ਹੋ ਸਕਦਾ ਗੁਆਂਢੀਆਂ ਦੀ ਬਿੱਲੀ ਬੈਠੀ ਹੋਵੇ ਥੱਲੇ, ਉਹ ਵੀ ਮਰ ਸਕਦੀ ਹੈ ਜੀ। ਦੇਖ ਕੇ ਫਿਰ ਇਹਨੂੰ ਕੱਢਣਾ ਚਾਹੀਦਾ ਜੀ। ਥੈਂਕ ਯੂ ਕਰਨਲ ਸਾਹਿਬ, ਥੈਂਕ ਯੂ ਸੋ ਮਚ ਜੀ। ਇਹ ਤੁਹਾਡੇ ਵਿਚਾਰ ਆਨ ਦੀ ਏਅਰ ਚੱਲ ਚੁੱਕੇ ਨੇ। ਜੌਲ ਸਾਹਿਬ, ਦਿਸ ਵੀਕ ਇਜ਼ ਅ ਵੈਰੀ ਵੰਡਰਫੁਲ ਵੀਕ ਫॉर ਆਲ ਔਨਟੇਰੀਅਨਸ। ਕਾਫੀ ਉਤਸ਼ਾਹ ਸੀ ਕਿ ਕਦੋਂ ਸਟੈਪ 3 ਦੇ ਵਿੱਚ ਅਸੀਂ ਕਦਮ ਰੱਖੀਏ, ਐਂਡ ਕਾਫੀ ਵੱਡੀ ਤਾਦਾਦ ਦੇ ਵਿੱਚ ਨੋਨ ਐਸੈਂਸ਼ੀਅਲਸ ਐਂਡ ਐਸੈਂਸ਼ੀਅਲਸ ਤਿਆਰੀ ਕਰ ਰਹੇ ਨੇ ਜੀ ਆਪਣੇ ਸਟੋਰ ਨੂੰ ਹੋਰ ਵਾਧਾ ਕਰਦੇ ਨੂੰ। ਯੈਸ, ਬਿਲਕੁਲ। ਦੇਖੋ ਜੀ, ਵੀ ਆਪਾਂ ਵੈਸੇ ਤਾਂ 21 ਜੁਲਾਈ ਸੀ ਐਜ਼ ਪਲੈਨਡ, ਲੇਕਿਨ ਹੁਣ 16 ਜੁਲਾਈ ਨੂੰ ਐਂਟਰ ਕਰ ਜਾਣਾ ਇਹ ਫੇਜ਼ 3 ਦੇ ਵਿੱਚ। ਉਹਦੇ ਵਿੱਚ ਜਿਹੜੀ ਲਾਈਫ ਆ ਜਾਣੀ ਕਿ ਆਲਮੋਸਟ ਨੋਰਮਲ ਹੀ ਹੋ ਜਾਏਗੀ, ਕਿਉਂਕਿ ਜਿਹੜੀਆਂ ਪਾਰਟੀਆਂ, ਵਿਆਹ ਸ਼ਾਦੀਆਂ, ਬਾਕੀ ਸਾਰਾ ਕੁਝ ਸ਼ੁਰੂ ਹੋ ਜਾਣਾ ਹੈ। ਰਿਲੀਜੀਅਸ ਪਲੇਸਿਸ ਦੇ ਵਿੱਚ ਵੀ ਜਾਣੀ ਕਿ ਫਿਜ਼ੀਕਲ ਡਿਸਟੈਂਸ ਜਿਹੜੀ ਆ ਉਹ ਮੇਨ ਰਿਕੁਆਇਰਮੈਂਟ ਰਹਿ ਜਾਣੀ ਆ, ਤੇ ਵੀ ਕੈਪੈਸਿਟੀ ਵਗੈਰਾ ਜਿਹੜੀ ਆ ਉਹਦੀ ਲਿਮਿਟ ਚੁੱਕੀ ਜਾਣੀ ਆ ਜੀ। ਤੇ ਇਸ ਲਿਹਾਜ਼ ਨਾਲ ਇਹ ਆ ਜੀ ਵੀ ਘਰਾਂ ਦੇ ਵਿੱਚ ਵੀ ਜਾਣੀ ਕਿ ਹੁਣ ਔਰਗੇਨਾਈਜ਼ ਕੀਤੇ ਜਾ ਸਕਦੇ ਨੇ ਕੋਈ ਗੈਦਰਿੰਗ ਵਗੈਰਾ 25 ਲੋਕਾਂ ਤੱਕ, ਜਿਹੜੀ ਕਿ ਹੁਣ ਤੱਕ 5 ਆ। ਸੋ ਕਾਫੀ ਜਿਹੜਾ ਹੁਣ ਤੱਕ ਲੋਕ ਉਡੀਕ ਰਹੇ ਸੀਗੇ ਆਪੋ ਆਪਣੇ ਤਰੀਕੇ ਦੇ ਨਾਲ ਲਾਈਫ ਨੂੰ ਅੱਗੇ ਚਲਾਉਣ ਦੇ ਲਈ ਜੀ, ਵੀ ਜਿਹੜੇ ਈਵੈਂਟਸ ਉਹ ਔਰਗੇਨਾਈਜ਼ ਕਰਨ ਦੇ ਸਿਲਸਿਲੇ ਦੇ ਵਿੱਚ ਕਾਫੀ ਹੈਲਪ ਹੋਏਗੀ ਜੀ। ਪਰ ਉਹ ਇਹ 16 ਜੁਲਾਈ ਤੋਂ ਬਾਅਦ ਵੀ ਅਗਲੇ 21 ਦਿਨ ਜਾਣੀ ਕਿ ਥੋੜ੍ਹਾ ਜਿਹਾ ਆਪਾਂ ਨੂੰ ਅਲਰਟ ਤੇ ਸਾਵਧਾਨ ਹੀ ਰਹਿਣਾ ਪਏਗਾ ਵੀ ਸਾਡੇ ਜਿਹੜੇ ਨੰਬਰਸ ਆ ਇਸੇ ਤਰੀਕੇ ਨਾਲ ਇਹ ਸਟੇਬਲ ਰਹਿਣ, ਕਿਉਂਕਿ ਹੋਪ ਆਪਾਂ ਕਰਦੇ ਹਾਂ ਵੀ ਸਟੇਬਲ ਰਹਿਣਗੇ, ਕਿਉਂਕਿ ਵੈਕਸੀਨੇਟ ਵੱਡੀ ਤਾਦਾਦ 'ਚ ਲੋਕ ਹੋ ਚੁੱਕੇ ਆ ਜੀ। ਤੇ ਬਾਕੀ ਲੈਟਸ ਸੀ ਕੀ ਹੁੰਦਾ, ਪਰ 21 ਦਿਨ ਜਿਹੜੇ ਅੱਜ ਵੀ 16 ਜੁਲਾਈ ਤੋਂ ਬਾਅਦ ਉਹ ਥੋੜਾ ਜਿਹਾ ਵਾਚ ਹੀ ਕੀਤਾ ਜਾਏਗਾ ਵੀ ਕਿਸ ਤਰੀਕੇ ਦੇ ਨਾਲ ਇਹ ਫੇਜ਼ 3 ਜਿਹੜਾ ਰੀਓਪਨ ਕੀਤਾ ਜਾਂਦਾ ਜੀ, ਉਹਦੇ 'ਚ ਸਿਚੁਏਸ਼ਨ ਡਿਵੈਲਪ ਹੁੰਦੀ ਹੈ ਜੀ। 9058139058131320 ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ, ਪੀਓ ਸਕੂਲ ਬੋਰਡ ਪੇਰੈਂਟਸ ਨੂੰ ਬੇਨਤੀ ਕਰ ਰਹੇ ਨੇ, ਆਸ ਕਰ ਰਹੇ ਨੇ ਕਿ ਜਿਹੜੀ ਨੈਕਸਟ ਈਅਰ ਦੀ ਜਿਹੜੀ ਸਕੂਲਿੰਗ ਹੈ ਜੀ, ਔਰ ਇਸ ਸਾਲ ਸਪਟੈਂਬਰ ਦੇ ਵਿੱਚ ਕਹਿ ਲਓ ਆਨਲਾਈਨ ਕਿ ਇਨ ਕਲਾਸ। ਯੈਸ, ਇਹ ਨਾ ਜਦੋਂ ਜਾਣੀ ਜੂਨ ਦੇ ਲਾਸਟ ਵੀਕ ਬੰਦ ਹੋਇਆ, ਕੱਲ ਸਕੂਲ ਈਅਰ ਐਂਡ ਹੋਇਆ, ਉਸ ਵੇਲੇ ਇਹ ਐਡਵਾਈਜ਼ ਕੀਤਾ ਗਿਆ ਸੀਗਾ ਲੋਕਾਂ ਨੂੰ ਵੀ ਮਿਡ ਆਫ ਜੁਲਾਈ, ਕਹ ਲਓ ਵੀ ਇਹ 12 ਜੁਲਾਈ ਅੱਜ ਹੈ, 12 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਇਹ ਜਿਹੜੇ ਸਕੂਲ ਬੋਰਡ ਹੈਗੇ ਆ ਓਨਟਾਰੀਓ ਭਰ ਦੇ ਵਿੱਚ ਹੀ, ਇਕੱਲੇ ਪੀਲ ਦੇ ਵਿੱਚ ਹੀ ਨਹੀਂ, ਓਨਟਾਰੀਓ ਭਰ ਦੇ ਵਿੱਚ ਜਾਣੀ ਕਿ ਇਹ ਪੇਰੈਂਟਸ ਨੂੰ ਪੁੱਛਿਆ ਜਾ ਰਿਹਾ ਹੁਣ ਵੀ ਉਹ ਚੂਜ਼ ਕਰ ਲੈਣ ਵੀ ਆਉਣ ਵਾਲਾ ਜਿਹੜਾ ਇਹ ਸਪਟੈਂਬਰ ਦੇ ਵਿੱਚ ਸਕੂਲ ਖੁੱਲ੍ਹਣੇ ਆ, ਤੇ ਇਹ ਆਸ ਵੱਧਦੀ ਆ ਵੈਸੇ ਜੋ ਸਿਚੁਏਸ਼ਨ ਹੁਣ ਬਣ ਰਹੀ ਆ ਵੀ ਇਨ ਪਰਸਨ ਸਕੂਲ ਜਿਹੜੇ ਉਹ ਖੁੱਲ੍ਹ ਜਾਣਗੇ ਐਲੀਮੈਂਟਰੀ ਤੇ ਸੈਕੰਡਰੀ ਕਲਾਸਿਸ ਦੇ ਵਾਸਤੇ। ਤੇ ਉਹਦੇ ਵਿੱਚ ਫਿਰ ਅਜੇ ਵੀ ਆਪਸ਼ਨ ਜਿਹੜੀ ਆ ਉਹ ਪੇਰੈਂਟਸ ਨੂੰ ਦਿੱਤੀ ਜਾ ਰਹੀ ਆ ਵੀ ਤੁਸੀਂ ਜੇ ਆਨਲਾਈਨ ਫਰਜ਼ ਕਰੋ ਅਜੇ ਵੀ ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਉਹ ਜਿਹੜੀ ਆਪਸ਼ਨ ਆ ਉਹ ਚੂਜ਼ ਕੀਤੀ ਜਾ ਸਕਦੀ ਆ। ਪਰ ਜਿਹੜੀ ਆਪਣੀ ਵਾਈਡਲੀ ਜਿਹੜੇ ਸਕੂਲ ਬੋਰਡਸ ਆ ਉਹ ਪ੍ਰਪੇਅਰ ਕਰ ਰਹੇ ਆ ਵੀ ਅਸੀਂ ਇਨ ਪਰਸਨ ਕਲਾਸਿਸ ਲਾਈਏ, ਤੇ ਜਿਹੜੇ ਜਾਣੀ ਇਸ ਆਪਸ਼ਨ ਦੇ ਵਿੱਚ ਕਹ ਲਓ ਵੀ ਸਿਲੈਕਟ ਕਰਨਾ ਭੁੱਲ ਜਾਣਗੇ ਵੀ ਉਹਨਾਂ ਨੇ ਆਨਲਾਈਨ ਜਾਣਾ ਕਿ ਇਨ ਪਰਸਨ ਜਾਣਾ, ਸਕੂਲ ਬੋਰਡ ਆਪਣੇ ਆਪ ਹੀ ਸਮਝ ਲੈਣਗੇ ਵੀ ਜਿੰਨਾ ਪੇਰੈਂਟਸ ਨੇ ਕੁਝ ਵੀ ਸਿਲੈਕਟ ਨਹੀਂ ਕੀਤਾ ਮਤਲਬ ਕਿ ਉਹ ਇਨ ਪਰਸਨ ਆਪਣੇ ਕਲਾਸ ਵਾਸਤੇ ਬੱਚਿਆਂ ਨੂੰ ਭੇਜਣਾ ਚਾਹੁਣਗੇ, ਇਸ ਕਰਕੇ ਫਿਰ ਉਹਨਾਂ ਨੂੰ ਇਨ ਪਰਸਨ ਹੀ ਐਨਰੋਲ ਕਰ ਲਿਆ ਜਾਊਗਾ ਜੀ। ਕਹਿਣ ਦਾ ਮਤਲਬ ਇਹੀ ਆ ਵੀ ਇਹ ਜਿਹੜਾ ਹੁਣ ਸਰਵੇ ਭੇਜਿਆ ਗਿਆ ਪੇਰੈਂਟਸ ਨੂੰ, ਉਹਦੇ ਵਿੱਚ ਜੇ ਤਾਂ ਉਹ ਆਨਲਾਈਨ ਘਰਾਂ ਦੇ ਵਿੱਚ ਅਜੇ ਪੜ੍ਹਾਉਣਾ ਚਾਹੁੰਦੇ ਨੇ ਬੱਚਿਆਂ ਨੂੰ ਫਿਰ ਤੇ ਉਹ ਇਹਦੇ ਵਿੱਚ ਪਾਰਟੀਸਪੇਟ ਕਰਨ, ਤੇ ਜੇ ਨਹੀਂ ਵੀ ਪਾਰਟੀਸਪੇਟ ਕਰਨਗੇ ਤੇ ਦੈਟ ਮੀਨਸ ਵੀ ਇਨ ਪਰਸਨ ਜਿਹੜਾ ਆਟੋਮੈਟਿਕ ਹੈਗਾ ਹੀ ਆ। ਦੂਸਰੇ ਪਾਸੇ ਇਹ ਹੈ ਜੀ ਆਪਾਂ ਪਹਿਲਾਂ ਵੀ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਹਾਂ ਵੀ ਬਹੁਤ ਆਪਾਂ 1.5 ਸਾਲ ਇਹ ਘਰਾਂ ਦੇ ਵਿੱਚ ਬੈਠ ਕੇ ਬਿਠਾ ਕੇ ਬੱਚਿਆਂ ਨੂੰ ਪਹਿਲਾਂ ਹੀ ਆਲਰੇਡੀ ਜਾਣੀ ਕਿ ਉਹਨਾਂ ਦੀ ਡਿਵੈਲਪਮੈਂਟ ਫਿਜ਼ੀਕਲ ਤੇ ਸਾਈਕੋਲੋਜੀਕਲੀ ਦੇ ਵਿੱਚ ਕਾਫੀ ਜਿਹੜੀਆਂ ਜੀ ਦੇਖ ਰਹੇ ਆ ਵੀ ਡੈਫੀਸ਼ੀਐਂਸੀ ਜਿਹੜੀਆਂ ਬੱਚਿਆਂ ਦੇ ਵਿੱਚ ਆਲਰੇਡੀ ਉਹ ਫੀਲ ਕਰਦੇ ਨੇ ਜੀ। ਇਹ ਜਿਹੜੇ ਹੁਣ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਿਨ੍ਹਾਂ ਨੇ ਛੱਡ ਕੇ ਆਉਣਾ ਹੁੰਦਾ ਬੱਚਿਆਂ ਨੂੰ ਜਾਂ ਲੈ ਕੇ ਆਉਣਾ ਹੁੰਦਾ, ਉਹ ਤਾਂ ਆਪਣੀਆਂ ਉਮਰਾਂ ਗੁਜ਼ਾਰ ਚੁੱਕੇ ਨੇ। ਆਪਾਂ ਜਦੋਂ ਉਸ ਏਜ ਦੇ ਵਿੱਚ ਸੀ ਜਿਹੜੇ ਹੁਣ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਨੂੰ ਉਹ ਫਿਜ਼ੀਕਲ ਤੇ ਮੈਂਟਲ ਡਿਵੈਲਪਮੈਂਟ ਦੀ ਲੋੜ ਆ, ਉਹਨਾਂ ਦੀ ਏਜ ਦੇ ਵਿੱਚ ਆਪਣੇ ਆਪ ਨੂੰ ਸੈੱਟ ਕਰਕੇ ਦੇਖੀਏ ਤੇ ਫਿਰ ਸੁਸਤ ਨਾ ਹੋਈਏ ਜਿਹੜੇ ਆਪਾਂ ਲੇਜ਼ੀ ਹੋ ਗਏ ਆ ਨਾ ਵੀ ਹੁਣ ਘਰੇ ਬੈਠ ਕੇ ਪੜ੍ਹਨਾ, ਘਰੇ ਬੈਠ ਕੇ ਖਾ ਪੀ ਲਿਆ, ਉੱਥੇ ਹੀ ਸੌ ਜਾਣਾ, ਫਿਰ ਉੱਠ ਪੈਣਾ ਤੇ ਵੀ ਸਵੇਰੇ ਨਾ ਬੱਚੇ ਨੂੰ ਲੈਣ ਜਾਣਾ ਪੈਣਾ, ਛੱਡਣ ਜਾਣਾ ਪੈਣਾ, ਵੀ ਉਹ ਵੀ ਸਾਡੀ ਖੇਚਲ ਮੁੱਕ ਗਈ ਆ। ਸੋ ਆਪਾਂ ਸੁਸਤ ਨਾ ਹੋਈਏ, ਜੇ ਬੱਚਿਆਂ ਦਾ ਵਾਕਈ ਅਸੀਂ ਬੈਟਰ ਫਿਊਚਰ ਚਾਹੁੰਦੇ ਆ
ਹਨਾ, ਬੈਟਰ ਫਿਊਚਰ ਚਾਹੁੰਦੇ ਆ, ਜੀ ਇੱਕ ਵੀ ਦਿਨ ਉਹਨਾਂ ਨੂੰ ਹੁਣ ਆਨਲਾਈਨ ਨਾ ਪੜ੍ਹਨ ਦਿਓ। ਅਸੀਂ ਆਪਣੇ ਬੱਚੇ ਜਿੱਡੀ ਮਰਜ਼ੀ ਮਾਰ ਪੈਂਦੀ ਰਹੀ ਅਰਸ਼, ਇੱਕ ਦਿਨ ਵੀ ਜਿਹੜੇ ਆ ਜੀ ਵੀ ਉਹ ਨਹੀਂ ਇਨ ਪਰਸਨ ਕਲਾਸ ਤੋਂ ਹਟਾਏ। ਆਪਾਂ ਉਹ ਫਾਰਮੂਲਾ ਡਿਵੈਲਪ ਕਰ ਲਿਆ ਸੀ ਨੱਕ ਵਗੈਰਾ ਸਾਫ਼ ਕਰਨ ਵਾਲਾ, ਉਹ ਚੱਲਦਾ ਰਿਹਾ, ਸਾਡੇ ਬੱਚੇ ਚੜ੍ਹਦੀ ਕਲਾ ਵਿੱਚ ਰਹੇ ਆ ਜੀ। ਇੱਕ ਦਿਨ ਵੀ ਆਨਲਾਈਨ ਅਸੀਂ ਨਹੀਂ ਰੱਖੇ ਜਦੋਂ ਕਿ ਸਕੂਲ ਇਨ ਪਰਸਨ ਲੱਗਾ ਹੋਇਆ ਸੀ। ਜਦੋਂ ਸਕੂਲ ਇਨ ਪਰਸਨ ਵਾਸਤੇ ਬੰਦ ਆ ਫਿਰ ਤਾਂ ਤੁਸੀਂ ਨਹੀਂ ਕੁਝ ਕਰ ਸਕਦੇ। ਪਰ ਮੈਂ ਇਹ ਸਟਰੋਂਗਲੀ ਡਿਫੈਂਡ ਕਰਦਾ ਵੀ ਹਰ ਇੱਕ ਬੱਚਾ ਜਿਹੜਾ ਉਹਦੀ ਜਗ੍ਹਾ ਸਕੂਲ ਦੇ ਵਿੱਚ ਆ, ਦਿਨ ਦੇ ਟਾਈਮ ਉਹਦੀ ਜਗ੍ਹਾ ਘਰ ਦੇ ਵਿੱਚ ਕੰਪਿਊਟਰ ਦੇ ਅੱਗੇ ਨਹੀਂ ਹੈਗੀ। ਤੇ ਜਿਹੜੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇਸ ਸੁਸਤੀ ਕਰਕੇ ਵੀ ਚਲੋ ਜੀ ਛੱਡ ਕੇ ਲਿਆਉਣਾ ਪਊਗਾ, ਮਤਲਬ ਲੈ ਕੇ ਜਾਣਾ ਪਊਗਾ, ਤੇ ਉਹ ਅਸੀਂ ਲੇਜ਼ੀ ਹੋ ਗਏ ਆ। ਬੱਚੇ ਦਾ ਫਿਊਚਰ ਉਹਦੇ ਨਾਲ ਆਪਾਂ ਰਿਵਿਊ ਨਹੀਂ ਕਰ ਸਕਦੇ। ਬਿਲਕੁਲ, ਜੋ ਹੁਣ ਅਰਸ਼ ਤੁਸੀਂ ਤਾਂ ਇੱਥੇ ਬੋਰਨ ਪੜ੍ਹੇ ਹੋ, ਤੁਹਾਨੂੰ ਪਤਾ ਨਾ, ਤੋ ਸਕੂਲ ਦੀ ਇੱਕ ਅਲੱਗ ਜਗ੍ਹਾ ਆ, ਪੇਰੈਂਟਸ ਦੀ ਇੱਕ ਅਲੱਗ ਜਗ੍ਹਾ ਆ। ਸਕੂਲ ਦੀ ਜਿਹੜੀ ਜਗ੍ਹਾ ਦਿਨ ਦੇ ਟਾਈਮ ਬੱਚਿਆਂ ਵਾਸਤੇ ਹੈਗੀ ਆ, ਟੀਚਰਸ ਨੇ ਉਹਨਾਂ ਨੂੰ ਬਿਲਡ ਕਰਨਾ ਹੁੰਦਾ, ਤੇ ਉਹ ਆਨਲਾਈਨ ਉਹ ਗੱਲ ਨਹੀਂ ਬਣਦੀ। ਬੱਚੇ ਖੁਦ ਦੱਸਦੇ ਆ ਵੀ ਸਾਨੂੰ ਆਨਲਾਈਨ ਕਲਾਸ ਨਹੀਂ ਪਸੰਦ, ਹਨਾ। ਤੇ ਇਸ ਕਰਕੇ ਵੀ ਪੇਰੈਂਟਸ ਥੋੜਾ ਜਿਹਾ ਸਹਿਯੋਗ ਕਰਨ ਵੀ ਉਹ ਆਪਾਂ ਸੁਸਤਪੁਣਾ ਛੱਡ ਦਈਏ। ਜੇ ਵਾਕਈ ਆਪਾਂ ਬੱਚਿਆਂ ਦਾ ਬੈਟਰ ਫਿਊਚਰ ਚਾਹੁੰਦੇ ਆ ਤੇ ਇਹ ਇਨ ਪਰਸਨ ਉਹਨਾਂ ਨੂੰ ਪੜ੍ਹਨ ਦਿੱਤਾ ਜਾਵੇ। ਹੁਣ ਤਾਂ ਵੈਸੇ ਹੀ ਅੱਗੇ ਨਾਲੋਂ ਬਹੁਤ ਸੇਫ ਹੋ ਗਏ ਆ, ਤੇ ਪਹਿਲਾਂ ਵੀ ਇੱਕ ਦਿਨ ਕਦੀ ਨਹੀਂ ਰੱਖਿਆ, ਭਾਵੇਂ ਜਿੱਡੀ ਮਰਜ਼ੀ ਮਾਰ ਪੈ ਰਹੀ ਸੀ, ਅਸੀਂ ਪ੍ਰੀਕਾਸ਼ਨਸ ਲਏ ਆ, ਸਾਰੇ ਠੀਕ ਠਾਕ ਰਹੇ ਆ, ਤੁਹਾਡੇ ਸਾਹਮਣੇ ਆ। ਬਿਲਕੁਲ, ਇਸ ਕਰਕੇ ਇਹ ਡਰਨ, ਐਵੇਂ ਡਰਨ ਦੇ ਬਹਾਨੇ ਦੇ ਨਾਲ ਜਾਣੀ ਆਪਣੀ ਸੁਸਤੀ ਜਾਂ ਵੀ ਸਾਡੇ ਕੰਮਕਾਰ ਠੀਕ ਚੱਲਦੇ ਰਹਿਣ, ਬੱਚੇ ਘਰ ਬੈਠੇ ਰਹਿਣ, ਇਹ ਗੱਲ ਠੀਕ ਨਹੀਂ ਹੋਏਗੀ। ਲੌਂਗ ਟਰਮ ਦੇ ਵਿੱਚ ਇਹਦਾ ਨੁਕਸਾਨ ਹੋਏਗਾ। ਲੈਂਦੇ ਆ ਨੈਕਸਟ ਕਾਲ ਇਨ ਲਾਸਟ ਕਾਲ ਆਫ ਦ ਡੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜਵਾਬ ਸਾਹਿਬ, ਉਹ ਜਿਹੜੀ ਕੁੜੀ ਉਹਦੇ ਮੈਂ ਪਤਾ ਲਵਪ੍ਰੀਤ ਸੀ, ਜਿਹੜੀ 25 ਜਾਂ 30 ਲੱਖ ਰੁਪਏ ਲਵਾ ਕੇ ਦਾ ਮੁੰਡੇ ਸੁਸਾਈਡ ਕਰ ਲਈ, ਬਸ ਇੰਨਾ ਕੀ ਪੁੱਛਣਾ ਵੀ ਆਪਣੇ ਇੱਥੋਂ ਰਿਪੋਰਟ ਹੋ ਗਈ ਆ ਕਿ ਨਹੀਂ? ਕਈ ਤਰ੍ਹਾਂ ਦੀ ਗੱਲਾਂ ਚੱਲ ਰਹੀਆਂ ਜੀ, ਕਲੀਅਰ ਕਰਿਓ। ਥੈਂਕ ਯੂ। ਅੱਜ ਕਿੰਨੇ ਦਿਨਾਂ ਬਾਅਦ ਰੇਡੀਓ ਲਾਇਆ ਤੁਸੀਂ? ਬਹੁਤ ਦਿਨਾਂ ਬਾਅਦ ਲੱਗਾ, ਮੇਰਾ ਡਿਊਟੀ ਆਫਟਰਨੂਨ ਦੀ। ਬਸ ਇੱਕ ਪ੍ਰਾਈਮ ਐਗਜ਼ਾਮਪਲ ਆ ਵੀ ਜਦੋਂ ਤੁਸੀਂ ਰੇਡੀਓ ਲਾਓ ਤੁਹਾਨੂੰ ਲੱਗਦਾ ਵੀ ਗੱਲ ਹੋਈ ਨਹੀਂ ਅਸੀਂ ਰੋਜ਼ ਇਹਦੇ ਬਾਰੇ ਦੱਸ ਰਹੇ ਹਾਂ ਵੀ ਕੀ ਹੋਇਆ ਜੀ। ਨਹੀਂ ਹੋਇਆ ਰਿਪੋਰਟ ਜੀ। ਜਦੋਂ ਕਿ ਵੀ ਫੋਨ ਟੈਲੀਫੋਨ ਆਪਣਾ ਰੇਡੀਓ ਔਨ ਕਰਨਗੇ ਨਾ ਜੀ ਜੀ ਜੀ, ਉਹ ਫੋਨ ਚੱਕ ਕੇ ਉਹਨਾਂ ਨੇ ਇਹ ਕਹਿ ਦੇਣਾ ਮੀਡੀਆ ਆਹ ਗੱਲ ਕਰੇ ਜੀ, ਆਹ ਨਹੀਂ ਕਦੀ ਕੀਤੀ ਜੀ, ਆਹ ਦੀ ਗੱਲ ਕਰੋ ਜੀ। ਉਹ ਕਰ ਭਾਵੇਂ ਅਸੀਂ ਰੋਜ਼ ਹੀ ਗਏ ਹੋਈਏ ਜੀ, ਭੈਣ ਭਰਾਵਾਂ ਨੇ ਇਹ ਨਹੀਂ ਸੋਚਣਾ ਵੀ ਅਸੀਂ ਸੁਣਨਾ ਭੁੱਲ ਰਹੇ ਹਾਂ, ਹਨਾ। ਇਸ ਕਰਕੇ ਸਪੈਸ਼ਲੀ ਮੇਰਾ ਇੱਕ ਟਰੈਕ ਰੈਕਡ ਹੈ ਨਾ ਆਪਣੇ ਜਰਨਲਿਜ਼ਮ ਦੇ ਵਿੱਚ, ਕਦੀ ਕੋਈ ਇਸ਼ੂ ਛੱਡਦੇ ਹੀ ਨਹੀਂ, ਟੇਬਲ ਤੇ ਲਿਸਟਾਂ ਪਈਆਂ ਹੁੰਦੀਆਂ, ਹਨਾ। ਸੋ ਐਨੀਵੇਜ਼ ਬਹੁਤ ਬਹੁਤ ਧੰਨਵਾਦ। ਇਹ ਤੋਂ ਪਤਾ ਲੱਗਦਾ ਜੀ ਪ੍ਰੋਗਰਾਮ ਦੇ ਪ੍ਰਤੀ ਇਹਨਾਂ ਦਾ ਪ੍ਰਤੀ ਲਗਾਓ ਹੈ ਜਿਹੜਾ ਜੀ। ਲੜਕੀ ਆਪਾਂ ਦੱਸਿਆ ਸੀ ਕਿ ਅਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਆ, ਤੇ ਕਿਉਂ ਉਹ ਰਿਪੋਰਟ ਨਹੀਂ ਹੋਈ ਇਹਦੇ ਬਾਰੇ ਡੀਟੇਲ ਦੇ ਵਿੱਚ ਭੈਣ ਭਰਾਵਾਂ ਨੂੰ ਦੱਸਿਆ ਜਾ ਚੁੱਕਾ। ਤੁਸੀਂ ਕੈਨੇਡਾ ਚ ਲੌਂਗ ਟਰਮ ਤੋਂ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੀ ਹੈ ਇਹ ਥੋੜ੍ਹਾ ਆ ਵੀ ਉੱਥੇ ਪੰਜਾਬ ਦੇ ਵਿੱਚ ਕੋਈ ਚੁਟਕੀ ਵਜਾਊਗਾ ਤੇ ਇੱਥੋਂ ਚੱਕ ਕੇ ਬੰਦਾ ਜਹਾਜ਼ ਬਿਠਾ ਦੇਣਗੇ, ਇੱਦਾਂ ਦਾ ਕੋਈ ਇੱਥੇ ਸਿਸਟਮ ਹੈ ਨਹੀਂ। ਕੈਨੇਡਾ ਹਰ ਇੱਕ ਨੂੰ ਫੇਅਰ ਆਪਰਚੁਨਿਟੀ ਦਿੰਦਾ ਹੈ, ਬਿਲਕੁਲ ਤੇ ਪੈਰ ਰੱਖਿਆ ਹੋਇਆ। ਸੋ ਇਹ ਚੀਜ਼ਾਂ ਜਿਹੜੀਆਂ ਪ੍ਰੂਵ ਕਰਨੀਆਂ, ਸਾਬਤ ਕਰਨੀਆਂ, ਮਤਲਬ ਮੂੰਹ ਚੋਂ ਬੋਲ ਕੇ ਜੋ ਮਰਜ਼ੀ ਕਹੀ ਜਾਣਾ ਉਹ ਗੱਲ ਵੱਖਰੀ ਆ, ਹਨਾ। ਸੋਸ਼ਲ ਮੀਡੀਆ ਤੇ ਕੋਈ ਕੰਟਰੋਲ ਨਹੀਂ, ਜਿਹੜਾ ਮਰਜ਼ੀ ਜੋ ਮਰਜ਼ੀ ਲਿਖੀ ਜਾਵੇ, ਹਨਾ। ਪਰ ਫੈਕਟ ਆਫ ਦਾ ਮੈਟਰ ਇਹ ਕਿ ਲੜਕੀ ਇੱਥੇ ਹੀ ਆ ਤੇ ਉਹ ਲੰਬਾ ਸਮਾਂ ਇੱਥੇ ਹੀ ਰਹੂਗੀ, ਕਿਸੇ ਦੇ ਕਹਿਣ ਤੇ ਉਹਨੂੰ ਜਹਾਜ਼ 'ਚ ਨਹੀਂ ਬਿਠਾਇਆ ਜਾਊਗਾ ਜੀ, ਸੰਭਵ ਨਹੀਂ ਹੈ ਜੀ। ਜੌਲ ਸਾਹਿਬ ਤੁਸੀਂ ਬਹੁਤ ਮਿਹਨਤ ਕੀਤੀ ਹੈ ਜੀ। ਜੋ ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਦਾ ਜਿਹੜਾ ਨਵਾਂ ਸਾਈਨ ਹੈ ਉਸ ਦੀ ਇਨਾਗਰੇਸ਼ਨ ਕਹਿੰਦੇ ਨੇ ਕਿ ਜੁਲਾਈ 23 ਨੂੰ ਹੋਣ ਜਾ ਰਹੀ ਹੈ। ਸੋ ਕਿੱਦਾਂ ਦੀਆਂ ਤਿਆਰੀਆਂ ਆਰੰਭੀਆਂ ਨੇ? ਯੈਸ, ਉਹਨਾਂ ਸਾਈਨ ਆਪਾਂ ਜਿਹੜਾ ਤੁਹਾਨੂੰ ਪਤਾ ਵੀ 4 ਸਾਲ ਦੀ ਮਿਹਨਤ ਲੱਗੀ, ਵੈਸੇ ਤੇ 8 ਸਾਲ ਲੱਗ ਗਏ, ਪਰ 4 ਸਾਲ ਤੋਂ ਤੇ ਫਿਰ ਬਹੁਤ ਜ਼ਿਆਦਾ ਮੈਨੂੰ ਕੰਪੇਨ ਤੇਜ਼ ਕਰਨੀ ਪਈ ਜੀ। ਤੇ ਫਿਰ ਆਲ ਆਫ ਸਡਨ ਜਦੋਂ ਆਪਾਂ ਕਿਹਾ ਵੀ ਖਰਚਾ ਅਸੀਂ ਦਿਆਂਗੇ, ਫਿਰ ਉਹ ਜ਼ਿਆਦਾ ਤਿਆਰ ਹੋ ਗਿਆ। ਤੇ ਹੁਣ ਫਿਰ ਚਲੋ $16,000 ਦਾ ਆਪਾਂ ਅਰੇਂਜਮੈਂਟ ਕੀਤਾ ਸੀਗਾ, ਸਪਾਂਸਰ ਸਾਹਿਬਾਨ ਵੀ ਆ ਗਏ ਸੀਗੇ, ਭਾਈ ਕਰਨੈਲ ਸਿੰਘ ਜੀ ਖਾਲਸਾ। ਤੇ ਉਸ ਲਿਹਾਜ਼ ਨਾਲ ਫਿਰ ਸਾਈਨ ਜਿਹੜਾ ਗੁਰਪੁਰਬ ਤੇ ਆਪਾਂ ਦੇਖਿਆ ਸੀ ਕਿ ਲੱਗ ਗਿਆ ਸੀ ਪਿਛਲੇ ਸਾਲ, ਪਰ ਕੋਵਿਡ ਕਰਕੇ ਆਪਾਂ ਉਹਦਾ ਬਕਾਇਦਾ ਜਿਹੜੀ ਉਦਘਾਟਨੀ ਰਸਮ ਉਹ ਨਹੀਂ ਸੀ। ਬਿਲਕੁਲ ਬਿਲਕੁਲ ਬਿਲਕੁਲ। ਪਰ ਹੁਣ ਬੋਵੇਡ ਡਰਾਈਵ ਤੋਂ ਸ਼ਾਨ ਨਾਲ ਦੂਰੋਂ ਦਿਸਦਾ ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਜੀ। ਇਹ ਹੀ ਆਪਾਂ ਚਾਹੁੰਦੇ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਸਾਈਨ ਆਪਾਂ ਪੈਰਾਂ ਤੋਂ ਚੁੱਕ ਕੇ ਸਿਰ ਤੇ ਰੱਖਣਾ। ਉਹਨਾਂ ਦੇ ਨਾਂ ਦੀ ਜਗ੍ਹਾ ਸਾਡੇ ਪੈਰਾਂ 'ਚ ਨਹੀਂ ਹੈ, ਉਹਨਾਂ ਦੇ ਨਾਂ ਦੀ ਜਗ੍ਹਾ ਸਾਡੇ ਸਿਰ ਤੇ ਆ ਜੀ। ਇਹਦੇ ਤੇ ਮਿਹਨਤ ਆਪਾਂ ਲੰਬਾ ਸਮਾਂ ਕੀਤੀ ਸੀ, ਤੇ ਹੁਣ ਫਿਰ ਉਹ ਡੇਟ ਰੱਖ ਲਈ ਗਈ ਆ ਜਿਹੜੀ ਕਿ 23 ਜੁਲਾਈ ਆ। 23 ਜੁਲਾਈ ਨੂੰ ਇਸ ਜਿਹੜਾ ਜੀ ਨਵਾਂ ਸਾਈਨ ਲੱਗਾ ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਐਮਰਜੈਂਸੀ ਡਿਪਾਰਟਮੈਂਟ ਦੇ ਬਾਹਰ ਹਸਪੀਟਲ ਦੇ, ਤੇ ਉਸ ਦਾ ਉਦਘਾਟਨ ਜਿਹੜੀ ਆ ਉਹ ਬਕਾਇਦਾ ਰਸਮ ਕੀਤੀ ਜਾਊਗੀ। ਉਹਦੇ ਵਾਸਤੇ 23 ਜੁਲਾਈ ਜਿਹੜਾ ਜੀ ਦਿਨ ਰੱਖਿਆ ਗਿਆ। ਸੋ ਇਹ ਆਪਣੇ ਕਮਿਊਨਿਟੀ ਦੇ ਵਿੱਚ ਇਸ ਵੇਲੇ ਬੜੀ ਤਸੱਲੀ ਦੀ ਲਹਿਰ ਹੈ ਕਿ ਜਿੰਨਾ ਆਪਾਂ ਚਾਹੁੰਦੇ ਸੀ ਸਾਈਨ ਉਦਾਂ ਲੱਗ ਗਿਆ, ਤੇ ਮੈਕਸੀਮਮ ਇਸ ਵੇਲੇ ਜਾਣੀ ਕਿ ਜਿੰਨਾ ਐਕਸਪੋਜਰ ਦਿੱਤਾ ਜਾ ਸਕਦਾ ਸੀਗਾ, ਜਿੰਨਾ ਵੱਡੇ ਤੋਂ ਵੱਡਾ ਅਰਸ਼ ਲੈਟਰ ਦਾ ਸਾਈਨ ਹੈ ਉਹਦਾ ਸਾਈਜ਼ ਹੋ ਸਕਦਾ ਸੀ ਨਾ ਜੀ, ਤੇ ਆਪਾਂ ਕੰਮ ਕਰਦੇ ਰਹੇ ਵੀ ਇਹ ਹੁਣ ਕੋਈ ਕਮੀ ਰਹਿ ਨਾ ਜਾਏ। ਜਿਹੜੀ 2007 ਦੇ ਵਿੱਚ ਕਮੀ ਰਹਿ ਗਈ ਸੀ, ਕਮਿਊਨਿਟੀ ਨੂੰ ਰੜਕਦੀ ਰਹੀ ਸਾਰੇ, ਲੇਕਿਨ ਕਿ ਦੇਖਦੀਆਂ ਰਹੇ, ਕਿਸੇ ਨੇ ਐਕਸ਼ਨ ਨਹੀਂ ਲਿਆ ਵੀ ਇਹਨੂੰ ਆਪਾਂ ਚੇਂਜ ਕਰੀਏ ਤੇ ਕਰਾਈਏ। ਹਾਂਜੀ ਜੀ। ਉਹ ਫਿਰ ਐਕਸ਼ਨ ਜਦੋਂ ਹੁਣ ਆਪਾਂ ਲਿਆ ਵੀ ਗੁਰੂ ਨਾਨਕ ਦੇਵ ਜੀ ਦਾ ਨਾਂ ਪਹਿਲੀ ਗੱਲ ਤੇ ਕਿਤੇ
ਜਾਣ ਪਛਾਣ ਦਾ ਮੁਤਾਜ ਨਹੀਂ, ਪਰ ਜੇ ਲਿਖਿਆ ਤੇ ਫਿਰ ਸਤਿਕਾਰ ਬਹਾਲ ਰੱਖੀਏ। ਉੱਥੇ ਸਿਗਰਟ ਨੋਸ਼ੀ ਨਹੀਂ ਹੋਣੀ ਚਾਹੀਦੀ। ਉਹ ਜਿਹੜਾ ਜੀਪੀ ਗੁਰੂ ਨਾਨਕ ਦੇਵ ਜੀ ਦਾ ਨਾਂ ਹੀ ਸਿਰਫ ਉਹੋ ਜਿਹੇ ਤਰੀਕੇ ਨਾਲ ਲਿਖਿਆ ਸੀਗਾ ਵੀ ਉਹ ਦੂਰੋਂ ਨਾ ਪੜ੍ਹ ਹੋਵੇ। ਜੀ 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 ਬਿਲਕੁਲ, ਡਿਪਾਰਟਮੈਂਟ ਸਪਸ਼ਟ ਲਿਖਿਆ ਸੀਗਾ ਹਨਾ ਜੀ। ਉਹ ਚੀਜ਼ਾਂ ਜਿਹੜੀਆਂ ਠੀਕ ਕਰਾਉਣੀਆਂ ਬਹੁਤ ਜ਼ਰੂਰੀ ਸੀ। ਉਹ ਤੇ ਆਪਣਾ ਜਿਹੜਾ ਲੰਬਾ ਸਮਾਂ ਕੰਪਲੇਨ ਚੱਲਦੀ ਰਹੀ ਤੇ ਹੁਣ ਉਹਦਾ ਰਿਜ਼ਲਟ ਜਿਹੜਾ ਉਹ ਸਾਹਮਣੇ ਆ ਜੀ। 23 ਜੁਲਾਈ ਨੂੰ ਉਹਦਾ ਉਦਘਾਟਨ ਹੋ ਜਾਏਗਾ। ਆਲਰਾਈਟ ਜੌਲ ਸਾਹਿਬ, ਤੁਹਾਨੂੰ ਬਹੁਤ ਸਾਰੀ ਮੁਬਾਰਕਾਂ ਤੁਹਾਡੀ ਟੀਮ ਨੂੰ ਇਸ ਉਪਰਾਲੇ ਲਈ, ਐਂਡ ਇਸ ਦਾ ਹੁਣ ਨਤੀਜਾ ਤੁਸੀਂ ਬੋਵੇਰ ਡਰਾਈਵ ਤੇ ਤੁਸੀਂ ਉੱਤੇ ਸ਼ਾਨਦਾਰ ਲਿਸ਼ਕਦਾ ਹੋਇਆ ਦੇਖ ਸਕਦੇ ਹੋ। ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਪਰ ਤੁਹਾਡੀ ਟੀਮ ਨੂੰ ਬਹੁਤ ਸਾਰੀ ਮੁਬਾਰਕਾਂ। ਐਂਡ ਇੱਥੋਂ ਜੌਲ ਸਾਹਿਬ ਅਸੀਂ ਲੈਂਦੇ ਤੁਹਾਡੇ ਤੋਂ ਆ ਗਿਆ ਤੇ ਐਂਡ ਦੇ ਵਿੱਚ ਆਪਣਾ ਨੰਬਰ ਦੇਣਾ ਚਾਹੋਗੇ ਜੌਲ ਸਾਹਿਬ? ਹਾਂਜੀ ਬਿਲਕੁਲ, 416 895 3784 4168953784। ਇਹ ਟੈਲੀਫੋਨ ਨੰਬਰ ਆਪਣੇ ਫੋਨ 'ਚ ਸੇਵ ਕਰਕੇ WhatsApp ਮੈਸੇਜ ਕਰ ਦੇਣਾ ਜੀ, ਤੇ ਫਿਰ ਅਪਡੇਟਸ ਨਾਲ ਜੁੜ ਜਾਣਗੇ ਭੈਣ ਭਰਾ। ਜੌਲ ਸਾਹਿਬ, ਥੈਂਕ ਯੂ ਸੋ ਮਚ, ਹੈਵ ਅ ਵੰਡਰਫੁਲ ਡੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।